ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਅੱਜ ਤੁਹਾਡੇ ਸਾਹਮਣੇ ਪੇਸ਼ ਹੋਇਆ ਜੀ ਲੈ ਕੇ ਕਰੰਟ ਅਫੇਅਰ ਦੀ ਕਲਾਸ ਆਪਣੀ, ਜਿਹੜੀ ਕਿ ਕਾਫੀ ਦਿਨਾਂ ਤੋਂ ਪੈਂਡਿੰਗ ਸੀਗੀ। ਤਾਂ ਇਸ ਕਲਾਸ ਦੇ ਵਿੱਚ ਰਾਜੇ ਆਪਾਂ ਕਵਰ ਕਰਾਂਗੇ 15 ਤਰੀਕ ਤੋਂ ਲੈ ਕੇ 21 ਮਈ ਤੱਕ ਦੇ ਸਾਰੇ ਬੈਸਟ ਕਰੰਟ ਅਫੇਅਰ। ਤੇ ਮਾਫੀ ਚਾਹੁੰਦੇ ਰਾਜੇ, ਕਾਫੀ ਦਿਨ ਕਲਾਸ ਨਹੀਂ ਆਈ ਕਿਉਂਕਿ ਘਰ ਦੇ ਵਿੱਚ ਬਹੁਤ ਕੰਮਕਾਜ ਸੀਗਾ, ਬਿਜੀ ਸੀਗਾ। ਤੇ ਕੋਸ਼ਿਸ਼ ਕਰਦਾ ਵੀ ਡੇਲੀ ਤੁਹਾਨੂੰ ਕਲਾਸ ਦਿੱਤੀ ਜਾਵੇ, ਕਿਉਂਕਿ ਜਿਹੜੀ ਕਲਾਸ ਦੀ ਡਿਮਾਂਡ ਹੁੰਦੀ ਹੈ ਤਾਂ ਮੈਂ ਤੁਹਾਡੀਆਂ ਜਿਹੜੀਆਂ ਉਮੀਦਾਂ ਉੱਤੇ ਖਰਾ ਉਤਰਨ ਵਾਸਤੇ ਪੂਰੀ ਕੋਸ਼ਿਸ਼ ਕਰਦਾ। ਪਰ ਕਈ ਵਾਰੀ ਮੇਰੀ ਮਜਬੂਰੀ ਹੋ ਜਾਂਦੀ ਹੈ। ਆਪਾਂ ਹੁਣ ਅੱਗੇ ਕੋਸ਼ਿਸ਼ ਕਰਾਂਗੇ ਜੀ, ਵੀਕਐਂਡ ਤੇ ਤਾਂ 101% ਤੁਹਾਨੂੰ ਕਲਾਸ ਮਿਲਿਆ ਹੀ ਕਰੂਗੀ, ਬਟ ਵੀਕ ਦੇ ਵਿੱਚ 2 ਜਾਂ 3 ਕਲਾਸਿਸ ਮੈਂ ਪਾਉਣ ਦੀ ਕੋਸ਼ਿਸ਼ ਕਰੂੰਗਾ ਕਰੰਟ ਅਫੇਅਰ ਦੀਆਂ। ਤਾਂ ਅੱਜ ਵਾਲੀ ਕਲਾਸ ਬਹੁਤ ਬੈਸਟ ਹੈ ਕਿਉਂਕਿ ਇਹਦੇ ਵਿੱਚ ਮੈਂ 50+ MCQ ਕਵਰ ਕਰਾਉਂਗਾ ਤੁਹਾਨੂੰ, ਬੈਸਟ ਜਿਹੜੇ ਕਰੰਟ ਅਫੇਅਰਸ ਨੇ ਇਸ ਵੀਕ ਦੇ। ਚਲੋ ਜੀ ਸਟਾਰਟ ਕਰਦੇ ਹਾਂ ਆਪਾਂ ਕਲਾਸ। ਤਾਂ ਪਲੀਜ਼ ਤੁਹਾਡਾ ਕੰਮ ਕੀ ਆ, ਬਸ ਜਸਟ ਤੁਸੀਂ ਕਲਾਸ ਨੂੰ ਦੇਖਣਾ ਹੈ। ਉਸ ਤੋਂ ਬਾਅਦ ਜੇ ਕਲਾਸ ਵਧੀਆ ਲੱਗੂਗੀ ਤਾਂ ਲਾਈਕ ਕਰ ਦਿਓ ਬੇਟੇ, ਸ਼ੇਅਰ ਕਰ ਦਿਓ। ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਰਾਜੇ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਕੰਪਿਊਟਰ ਵਾਸਤੇ, ਪੰਜਾਬ ਜੀਕੇ ਵਾਸਤੇ ਤੇ ਕਰੰਟ ਅਫੇਅਰ ਦੀਆਂ ਬੈਸਟ ਕੁਆਲਿਟੀ ਦੀਆਂ ਵੀਡੀਓਜ਼ ਦੇਖਣ ਵਾਸਤੇ ਫ੍ਰੀ ਆਫ ਕਾਸਟ। ਚਲੋ ਸਟਾਰਟ ਕਰਦੇ ਹਾਂ ਆਪਾਂ। ਫਸਟ ਕੁਐਸਚਨ ਤੁਹਾਡੀ ਸਕਰੀਨ ਤੇ ਰਿਹਾ ਰਾਜੇ, ਕਹਿੰਦਾ ਜੀ ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚਡ ਚਾਰਾ ਬਜਾਈ ਸਕੀਮ। ਤਾਂ ਚਾਰਾ ਬਜਾਈ ਸਕੀਮ ਕੀ ਹੈ ਰਾਜੇ? ਉਹਦੇ ਵਿੱਚ ਕਹਿੰਦਾ ਸਰਕਾਰ ਨੇ ਕਿਹਾ ਜੀ ਜਿਹੜਾ ਕਿਸਾਨ ਚਾਰਾ ਬੀਜੂਗਾ ਗਾਵਾਂ ਵਾਸਤੇ, ਉਹਨੂੰ ਪਰ ਏਕੜ ਦੇ ਵਿੱਚ 10,000 ਰੁਪਈਆ ਦਾ ਕੀ ਮਿਲੂਗੀ? ਸਬਸਿਡੀ ਮਿਲੂਗੀ। ਮਤਲਬ ਕਹਿਣ ਦਾ ਮਤਲਬ 10,000 ਰੁਪਈਆ ਕੀ ਮਿਲੂਗਾ? ਐਜ਼ ਏ ਰਾਸ਼ੀ ਮਿਲੂਗੀ, ਸਹਾਇਤਾ ਰਾਸ਼ੀ ਮਿਲੂਗੀ। ਤੇ ਜਿਹੜੀ ਡਾਇਰੈਕਟ ਉਹਨਾਂ ਦੇ ਡੀਬੀਟੀ ਦੇ ਵਿੱਚ ਜਾਊਗੀ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੋਊਗਾ, ਤੁਹਾਡੇ ਅਕਾਊਂਟ ਦੇ ਵਿੱਚ ਆਊਗਾ ਪੈਸਾ। ਤਾਂ ਇਹ ਕਿਹੜੀ ਗਵਰਨਮੈਂਟ ਨੇ ਕਿਹਾ ਰਾਜੇ? ਇਹ ਕਿਹਾ ਜੀ ਹਰਿਆਣਾ ਗਵਰਨਮੈਂਟ ਨੇ, ਆਪਣਾ ਗਵਾਂਢੀ ਸੂਬਾ। ਤੇ ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਕੌਣ ਨੇ ਰਾਜੇ? ਤੁਹਾਨੂੰ ਮੈਂ ਬਹੁਤ ਵਾਰੀ ਕਰਵਾਇਆ, ਮਨੋਹਰ ਲਾਲ ਖੱਟਰ। ਤੇ ਰਾਜਧਾਨੀ ਹੈਗੀ ਹੈ ਜੀ ਜੋ ਪੰਜਾਬ ਦੀ ਹੈ, ਚੰਡੀਗੜ੍ਹ। ਤਾਂ ਚਲੋ ਜੀ ਆ ਦੇਖੋ, ਉੱਥੇ ਲੈਂਗੁਏਜ ਹਿੰਦੀ ਚੱਲਦੀ ਹੈ। ਤਾਂ ਲਿਖਿਆ ਗਿਆ ਜੀ, ਕਹਿੰਦਾ ਹਰਿਆਣੇ ਕੇ ਕਿਸਾਨों के लिए चारा बिजाई योजना होगी लागू, ਜਿਹਦੇ ਵਿੱਚ 10,000 ਰੁਪਇਆ ਮਿਲੂਗਾ ਪ੍ਰਤੀ ਏਕੜ ਐਜ਼ ਏ ਸਹਾਇਤਾ ਰਾਸ਼ੀ, ਜਿਹੜੀ ਡਾਇਰੈਕਟ ਜਾਊਗੀ ਡੀਬੀਟੀ ਦੇ ਵਿੱਚ। ਡੀਬੀਟੀ ਹੁੰਦਾ ਰਾਜੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ। ਕਹਿਣ ਦਾ ਮਤਲਬ ਸਰਕਾਰ ਕੋਲੇ ਨਹੀਂ ਜਾਊਗੀ, ਡਾਇਰੈਕਟ ਤੁਹਾਡੇ ਅਕਾਊਂਟ ਦੇ ਵਿੱਚ ਆਊਗੀ। ਓਕੇ ਹੈ ਜੀ। ਤਾਂ ਚੱਲਦੇ ਹਾਂ ਜੀ ਆਪਾਂ ਨੈਕਸਟ। ਨੈਕਸਟ ਕਹਿੰਦਾ ਜੀ 12th ਐਡੀਸ਼ਨ ਆਫ ਦਾ IBA, ਠੀਕ ਹੈ ਜੀ, ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ। ਕਹਿੰਦਾ ਵੂਮੈਨਸ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਇਜ਼ ਬੀਇੰਗ ਹੈਲਡ ਇਨ ਵਿਚ ਕੰਟਰੀ। ਤਾਂ ਕਿਹੜੀ ਕੰਟਰੀ ਦੇ ਵਿੱਚ ਹੋਣ ਜਾ ਰਿਹਾ ਰਾਜੇ? ਇਹ ਇਸਤਾਨਬੁਲ ਹੈ। ਇਸਤਾਨਬੁਲ ਇੱਕ ਸ਼ਹਿਰ ਹੈ ਤੁਰਕੀ ਦੇ ਵਿੱਚ। ਤਾਂ ਤੁਰਕੀ ਦੇ ਵਿੱਚ ਹੋਣ ਜਾ ਰਿਹਾ ਰਾਜੇ। ਤਾਂ ਇਹਦੇ ਵਿੱਚ ਆਪਾਂ ਹੋਰ ਸਟੈਟਿਕ ਫੈਕਟ ਦੇਖਦੇ ਹਾਂ। ਹੋਰ ਕੀ ਕਹਿ ਰਿਹਾ ਜੀ? ਕਹਿੰਦਾ ਜਿਹੜੀ ਇਹ ਸ਼ੁਰੂ ਹੋ ਰਹੀ ਹੈ, ਕਹਿੰਦਾ ਜੀ ਇਸਤਾਨਬੁਲ ਦੇ ਵਿੱਚ ਹੋ ਰਹੀ ਹੈ। ਤਾਂ ਤੁਹਾਨੂੰ ਇਸਤਾਨਬੁਲ ਵੀ ਆਪਸ਼ਨ ਦੇ ਵਿੱਚ ਪਿਆ ਹੋਊਗਾ ਜਾਂ ਫਿਰ ਤੁਰਕੀ ਪਿਆ ਹੋਊਗਾ, ਤਾਂ ਦੋਨੇ ਯਾਦ ਰੱਖ ਲਿਓ। ਅਗਰ ਮੈਂ ਗੱਲ ਕਰਾਂ ਇੰਡੀਆ ਦੀ ਜਿਹੜੀ ਬਾਕਸਰ ਹੈਗੀ ਰਾਜੇ, ਲਵਲੀਨਾ ਬੋਰਗਹੇਨ, ਠੀਕ ਹੈ ਜੀ, ਉਹਨਾਂ ਨੇ ਕੀ ਕੀਤਾ ਜੀ? ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਇਸ ਗੇਮਸ ਦੇ ਵਿੱਚ। ਤੇ ਨਾਲ ਹੀ ਜਿਹੜੀ ਹੋਰ ਪਲੇਅਰ ਕੌਣ ਕੌਣ ਸੀਗੇ ਰਾਜੇ, ਜਿਵੇਂ ਲਾਈਕ ਪੂਜਾ ਰਾਣੀ ਨੇ, ਠੀਕ ਹੈ ਜੀ, ਇਸ ਤੋਂ ਇਲਾਵਾ ਨੀਤੂ ਹੈ, ਠੀਕ ਹੈ। ਇਹ ਕੁਝ ਨਾਮ ਨੇ, ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਰੀਡ ਕਰ ਲਿਓ, ਕਿਉਂਕਿ ਆਪਾਂ ਨਾ ਕ੍ਰਿਕਟ ਦੇ ਪਲੇਅਰ ਸਾਰੇ ਜਾਣਦੇ ਹੁੰਦੇ ਆ, ਹਾਕੀ ਦੇ ਵੀ ਥੋੜੇ ਬਹੁਤੇ ਜਾਣਦੇ ਆ, ਬਟ ਜਿਹੜੀਆਂ ਇਦਾਂ ਦੀਆਂ ਗੇਮਸ ਹੁੰਦੀਆਂ ਇਹ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਂਦੀਆਂ ਹੁੰਦੀਆਂ, ਕਿਉਂਕਿ ਆਪਾਂ ਇਹਦੇ ਇਨ ਟੱਚ ਨਹੀਂ ਹੁੰਦੇਗੇ। ਤਾਂ ਪਲੀਜ਼ ਇਹਨਾਂ ਨੂੰ ਵੀ ਇੱਕ ਵਾਰੀ ਪੜ੍ਹ ਲਿਓ। ਤਾਂ ਜੇ ਆਪਾਂ ਗੱਲ ਕਰੀਏ IBA ਕੀ ਸੀਗਾ ਜੀ? ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਕਦੋਂ ਬਣੀ ਸੀਗੀ? 1946 ਦੇ ਵਿੱਚ ਬਣੀ ਸੀਗੀ ਜੀ। ਇਹਦਾ ਹੈੱਡਕੁਆਟਰ ਕਿੱਥੇ ਆ? ਸਵਿਟਜ਼ਰਲੈਂਡ। ਸਵਿਟਜ਼ਰਲੈਂਡ ਦੇ ਵਿੱਚ ਕਿਹੜਾ ਸ਼ਹਿਰ ਹੈ ਜੀ? ਲੋਸੇਨ। ਤੇ ਇਹਦੇ ਪ੍ਰੈਜ਼ੀਡੈਂਟ ਕੌਣ ਨੇ ਰਾਜੇ? ਓਮਰ ਨਜ਼ਾਰਵਿਚ ਕਰਮਲੇਵ, ਠੀਕ ਹੈ ਜੀ, ਇਹ ਇਹਦੇ ਹੈਗੇ ਜੀ ਪ੍ਰੈਜ਼ੀਡੈਂਟ। ਤਾਂ ਯਾਦ ਰੱਖ ਲਿਓ, ਵੈਸੇ ਹੈੱਡਕੁਆਟਰ ਜ਼ਿਆਦਾ ਪੁੱਛਦੇ ਆ ਤਾਂ ਹੈੱਡਕੁਆਟਰ ਵੀ ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਜੀ। ਕਹਿੰਦਾ ਰੇਲਟੈਲ ਲਾਂਚਡ, ਕਹਿੰਦਾ PM ਵਾਣੀ ਵਾਈਫਾਈ ਸਕੀਮ, ਠੀਕ ਹੈ ਜੀ। ਤਾਂ ਰੇਲਟੈਲ ਕੀ ਹੈ ਜੀ? ਰੇਲ ਟੈਲੀਕਮਿਊਨੀਕੇਸ਼ਨ ਜਿਹੜੀ ਕੰਪਨੀ ਹੈਗੀ ਆ, ਉਹਨਾਂ ਨੇ ਲਾਂਚ ਕੀਤਾ ਇੱਕ ਫ੍ਰੀ ਵਾਈਫਾਈ ਸਰਵਿਸ ਪ੍ਰੋਵਾਈਡ ਕੀਤੀ ਜਾਊਗੀ। ਕਿੰਨੇ ਸਟੇਸ਼ਨਾਂ ਦੇ ਵਿੱਚ ਕੀਤੀ ਜਾਊਗੀ ਰਾਜੇ? 100 ਸਟੇਸ਼ਨਾਂ ਦੇ ਉੱਪਰ ਕੀਤੀ ਜਾਊਗੀ ਤੇ 22 ਸਟੇਟਾਂ ਦੇ ਵਿੱਚ ਕੀਤੀ ਜਾਊਗੀ। ਤਾਂ 22 ਸਟੇਟ ਦੇ ਵਿੱਚ ਜਿਹੜੇ 100 ਸਟੇਸ਼ਨ ਹੈ ਉਹ ਕੀ ਕੀਤੇ ਜਾਣਗੇ? ਸਿਲੈਕਟ ਕੀਤੇ ਜਾਣਗੇ, ਜਿੱਥੇ ਤੁਹਾਨੂੰ ਫ੍ਰੀ ਆਫ ਕਾਸਟ ਕੀ ਮਿਲੂਗੀ? ਫਾਸਟ ਵਾਈਫਾਈ ਸਰਵਿਸ, ਠੀਕ ਹੈ ਜੀ। ਤਾਂ ਗੱਲ ਕਰਦੇ ਹਾਂ ਜੀ, ਕਹਿੰਦਾ ਜਿਹੜਾ ਰੇਲਟੈਲ ਹੈ ਕੀ ਹੈ? ਇੱਕ ਮਾਈਕਰੋ ਰਤਨਾ ਕੀ ਹੈ ਆਪਣੇ ਕੋਲ ਕੰਪਨੀ ਹੈ ਇੰਡੀਆ ਦੀ, ਜਿਹਦੇ ਵਿੱਚ ਕਹਿੰਦਾ ਨੇ ਲਾਂਚ ਕੀਤਾ ਜੀ ਪ੍ਰਾਈਮ ਮਿਨਿਸਟਰ ਵਾਈਫਾਈ ਅਸੈਸ ਨੈਟਵਰਕ ਇੰਟਰਫੇਸ, ਜਿਹਦਾ ਸ਼ਾਰਟ ਫਾਰਮ ਦੇ ਵਿੱਚ ਕੀ ਕਹਿੰਦੇ ਨੇ ਆਪਾਂ? PM ਵਾਣੀ, ਪ੍ਰਧਾਨ ਮੰਤਰੀ ਵਾਈਫਾਈ ਅਸੈਸ ਨੈਟਵਰਕ ਇੰਟਰਫੇਸ ਪ੍ਰੋਵਾਈਡ ਕਰਨਗੇ ਜੀ। ਇਹ ਕਿੰਨੇ ਸਟੇਸ਼ਨਾਂ ਦੇ ਵਿੱਚ? 100 ਟ੍ਰੇਨ ਸਟੇਸ਼ਨਾਂ ਦੇ ਵਿੱਚ ਤੇ 22 ਸਟੇਟਸ ਹੋਣਗੀਆਂ। ਤਾਂ ਯਾਦ ਰੱਖ ਲਿਓ। ਤਾਂ ਕਹਿੰਦਾ ਜੀ ਇਹਨਾਂ ਨੇ ਇੱਕ ਐਪ ਲਾਂਚ ਕੀਤੀ ਹੈ ਜਿਹੜੀ ਕਿ ਤੁਹਾਨੂੰ ਪਲੇ ਸਟੋਰ ਤੇ ਮਿਲ ਜੂਗੀ, ਡਿਪਾਰਟਮੈਂਟ ਆਫ ਟੈਲੀਕਾਮ, DOT ਨਾਮ ਦੀ ਐਪ ਹੈ ਐਂਡਰੋਇਡ ਯੂਜ਼ਰ ਵਾਸਤੇ। ਤਾਂ ਇਹ ਐਪ ਤੁਸੀਂ ਇਦਾਂ, ਨਾਮ ਪ੍ਰੋਪਰ ਨਾਮ ਕੀ ਹੈ ਜੀ? YDOT। ਇਹ ਡਾਊਨਲੋਡ ਕਰ ਸਕਦੇ ਹੋ, ਠੀਕ ਹੈ, ਗੂਗਲ ਪਲੇ ਸਟੋਰ ਤੋਂ। ਤਾਂ ਤੁਹਾਨੂੰ ਜਿਹੜੇ ਉਹ ਸਟੇਟ ਹੋਣਗੀਆਂ 22 ਸਟੇਟਸ, ਉਹਦੀ ਲਿਸਟ ਹਜੇ ਜਾਰੀ ਨਹੀਂ ਕੀਤੀ ਗਈ, ਜਾਰੀ ਹੋ ਜੂਗੀ। ਤੇ 100 ਸਟੇਸ਼ਨਾਂ ਦੀ ਲਿਸਟ ਵੀ ਜਾਰੀ ਹੋ ਜੂਗੀ, ਜਿੱਥੇ ਤੁਹਾਨੂੰ ਇਹ ਫ੍ਰੀ ਆਫ ਕਾਸਟ ਕੀ ਮਿਲੂਗੀ? ਸਰਵਿਸ ਮਿਲੂਗੀ ਵਾਈਫਾਈ ਦੀ। ਤਾਂ ਕਿਹਦੇ ਅੰਡਰ ਆਉਂਦੀ ਹੈ ਜੀ? PM ਵਾਣੀ। ਅੱਗੇ ਗੱਲ ਕਰਦੇ ਹਾਂ ਜੀ। ਕਹਿੰਦੇ ਜੀ ਇੱਕ
ਟੈਂਪਲਟਨ ਅਵਾਰਡ ਹੁੰਦਾ ਜੀ, ਠੀਕ ਹੈ। ਇਹ ਨਾਮ 2022 ਵਾਲਾ ਕਿਹਨੂੰ ਮਿਲਿਆ ਹੈ? ਤਾਂ ਇਹ ਹੈਗੇ ਨੇ ਜੀ ਡਾਕਟਰ, ਠੀਕ ਹੈ ਜੀ, ਤੇ ਫਿਜ਼ਿਕਸ ਦੇ ਕੀ ਨੇ ਪ੍ਰੋਫੈਸਰ ਨੇ, ਇਹਨਾਂ ਦਾ ਨਾਮ ਹੈਗਾ ਜੀ ਡਾਕਟਰ ਫਰੈਂਕ ਵਿਲਕਜੇਕ, ਠੀਕ ਹੈ ਜੀ, ਵਿਲਕਜੇਕ ਇਹਨਾਂ ਨੂੰ ਮਿਲਿਆ ਜੀ ਇਹ ਜਿਹੜਾ ਤੁਹਾਡਾ ਟੈਂਪਲਟਨ ਅਵਾਰਡ ਜਿਹੜਾ ਹੈਗਾ 2022 ਦਾ। ਤਾਂ ਆਪਾਂ ਗੱਲ ਕਰਦੇ ਹਾਂ ਇਹਨਾਂ ਬਾਰੇ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਜਾਣ ਲੈਂਦੇ ਹਾਂ ਰਾਜੇ। ਇਹ ਕੀ ਨੇ? ਇੱਕ ਤਰ੍ਹਾਂ ਦੇ ਫਿਜ਼ਿਕਸ ਦੇ ਕੀ ਨੇ, ਵਿਗਿਆਨੀ ਨੇ। ਭੌਤਿਕ ਵਿਗਿਆਨ ਕੀ ਹੁੰਦਾ ਜੀ? ਫਿਜ਼ਿਕਸ, ਠੀਕ ਹੈ ਜੀ। ਇਹ ਕੌਣ ਨੇ? ਡਾਕਟਰ ਫਰੈਂਕ ਵਿਲਜੇਕ, ਠੀਕ ਹੈ ਜੀ। ਇਹਨਾਂ ਨੇ 2004 ਦੇ ਵਿੱਚ ਵੀ ਇੱਕ ਪ੍ਰਾਈਜ਼ ਜਿੱਤਿਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨੋਬਲ ਪੁਰਸਕਾਰ, ਫਿਜ਼ਿਕਸ ਦੇ ਵਿੱਚ ਜਿੱਤਿਆ ਸੀਗਾ। ਤੇ ਹੁਣ ਇਹਨਾਂ ਨੂੰ ਮਿਲਿਆ ਜੀ ਲਾਈਫ ਟਾਈਮ ਅਚੀਵਮੈਂਟ ਅਵਾਰਡ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਦੁਨੀਆ ਦਾ ਸਭ ਤੋਂ ਵੱਡਾ ਵਿਅਕਤੀਗਤ ਜੀਵਨ ਭਰ ਦਾ ਪ੍ਰਾਪਤੀ ਪੁਰਸਕਾਰ। ਤੇ ਕਿੰਨੀ ਰਾਸ਼ੀ ਦਿੱਤੀ ਗਈ ਹੈ ਜੀ? 1.3 ਮਿਲੀਅਨ ਡਾਲਰ ਤੱਕ, ਬਹੁਤ ਵੱਡੀ ਰਕਮ ਹੈ ਜਿਹੜੀ ਇਹਨਾਂ ਨੂੰ ਐਜ਼ ਏ ਇਨਾਮ ਦੇ ਵਿੱਚ ਮਿਲੀ ਹੈ। ਤਾਂ ਇਹ ਬੰਦਾ ਜੀ, ਇਹ ਜਿਹੜੇ ਡਾਕਟਰ ਫਰੈਂਕ ਨੇ, ਇਹ ਕਿੱਥੇ ਕੰਮ ਕਰਦੇ ਨੇ ਰਾਜੇ? ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਵਿੱਚ ਭੌਤਿਕ ਵਿਗਿਆਨ ਡਿਪਾਰਟਮੈਂਟ ਹੈ, ਫਿਜ਼ਿਕਸ ਡਿਪਾਰਟਮੈਂਟ ਦੇ ਇੱਕ ਪ੍ਰੋਫੈਸਰ ਵਜੋਂ ਕੰਮ ਕਰਦੇ ਆ। ਜੇ ਮੈਂ ਅਵਾਰਡ ਦੀ ਗੱਲ ਕਰਾਂ ਰਾਜੇ, ਜਿਹੜਾ ਟੈਂਪਲਟਨ ਅਵਾਰਡ ਹੈਗਾ, ਇਹ ਜੌਨ ਟੈਂਪਲਟਨ ਨੇ ਸ਼ੁਰੂ ਕੀਤਾ ਸੀਗਾ ਰਿਲੀਜਨ ਦੇ ਵਿੱਚ ਤਰੱਕੀ ਵਾਸਤੇ, ਪਰ ਬਾਅਦ ਦੇ ਵਿੱਚ 1972 ਦੇ ਵਿੱਚ ਇਹਦਾ ਨਾਮ ਕੀ ਰੱਖਿਆ ਗਿਆ? ਜੌਨ ਅੱਗੋਂ ਕੱਟਤਾ, ਟੈਂਪਲਟਨ ਇਨਾਮ ਦੇ ਵਜੋਂ ਜਾਣਿਆ ਜਾਂਦਾ ਹੈ। ਤਾਂ ਆਈ ਹੋਪ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ। ਆਪਾਂ ਨੈਕਸਟ ਮੂਵ ਕਰਦੇ ਹਾਂ। ਅੱਗੇ ਕਹਿੰਦਾ ਜੀ ਵਿੱਚ ਸਟੇਟ ਚੀਫ ਮਿਨਿਸਟਰ ਕਹਿੰਦਾ ਜਿਹੜੇ ਹੈਗੇ ਨੇ ਵਿਪਲ ਦੇਵ ਕੁਮਾਰ ਦੇਵ, ਠੀਕ ਹੈ ਜੀ, ਇਹਨਾਂ ਨੇ ਅਸਤੀਫਾ ਦੇਤਾ ਰਾਜੇ। ਤੁਹਾਨੂੰ ਪਤਾ ਹੀ ਹੋਊਗਾ ਬੜਾ ਘਸਮਾਨ ਚੱਲ ਰਿਹਾ ਹੈ। ਕਿੱਥੇ ਚੱਲ ਰਿਹਾ ਜੀ? ਤੁਹਾਡਾ ਜਿਹੜੀ ਗਵਰਨਮੈਂਟ ਹੈਗੀ ਹੈ ਤ੍ਰਿਪੁਰਾ ਦੀ, ਕਿਉਂਕਿ ਤ੍ਰਿਪੁਰਾ ਦੇ ਵਿੱਚ ਹੁਣ ਤੱਕ ਇਸ ਸਰਕਾਰ ਦੇ ਅੰਡਰ ਇਹ 6 ਬੰਦੇ ਰਿਜ਼ਾਈਨ ਕਰ ਚੁੱਕੇ ਆ। ਤਾਂ ਨਵਾਂ ਬੰਦਾ ਵੀ ਕੀ ਹੈ ਹੋ ਗਿਆ, ਨਵਾਂ ਬੰਦਾ ਵੀ ਕੀ ਬਣ ਗਿਆ? ਐਜ਼ ਏ ਸੀਐਮ ਬਣ ਚੁੱਕੇ ਆ ਨਵੇਂ, ਉਹ ਵੀ ਬੀਜੇਪੀ ਦੇ ਨੇ। ਤਾਂ ਗੱਲ ਕਰੀਏ ਜੀ ਆਪਾਂ ਜਿਹੜੇ ਨਵੇਂ ਬਣੇ ਆ ਰਾਜੇ, ਉਹਨਾਂ ਦਾ ਨਾਮ ਹੈਗਾ ਮਾਨਿਕ ਸਾਹਾ, ਠੀਕ ਹੈ ਜੀ। ਮਾਨਿਕ ਸਾਹਾ ਨਵੇਂ ਬਣ ਗਏ ਨੇ ਚੀਫ ਮਿਨਿਸਟਰ। ਤੇ ਜਿਨ੍ਹਾਂ ਨੇ ਰਿਜ਼ਾਈਨ ਕੀਤਾ ਉਹ ਕੌਣ ਨੇ? ਵਿਪਲ ਦੇਵ ਤ੍ਰਿਪੁਰਾ, ਠੀਕ ਹੈ। ਤ੍ਰਿਪੁਰਾ ਦੇ ਕੀ ਸੀਗੇ? ਇਹ ਚੀਫ ਮਿਨਿਸਟਰ ਸੀਗੇ ਜਿਨ੍ਹਾਂ ਨੇ ਹੁਣੇ ਹਾਲ ਹੀ ਦੇ ਵਿੱਚ ਰਿਜ਼ਾਈਨ ਕੀਤਾ। ਦੇਖੋ ਸਭ ਤੋਂ ਪਹਿਲੇ ਸੀਗੇ ਤਰਵਿੰਦਰਾ ਸਿੰਘ, ਠੀਕ ਹੈ ਜੀ, ਰਾਵਤ, ਠੀਕ ਹੈ ਜੀ। ਇਹ ਦੂਸਰੇ ਸੀਗੇ, ਤੀਸਰੇ ਸੀ, ਚੌਥੇ, ਪੰਜਵੇਂ, ਛੇਵੇਂ, ਮਤਲਬ ਕਿ ਸੱਤਵੇਂ। ਹੁਣ ਦੇਖੋ ਸੱਤਵੇਂ ਆ ਗਏ। ਤਾਂ ਕਹਿਣ ਦਾ ਮਤਲਬ ਇੱਕੋ ਗਵਰਨਮੈਂਟ ਦੇ ਵਿੱਚ 2 ਸਾਲ ਦੇ ਵਿੱਚ ਦੇਖੋ 6 ਚੀਫ ਮਿਨਿਸਟਰ ਚੇਂਜ ਹੋ ਗਏ। ਤਾਂ ਇਹ ਕਾਫੀ ਹਾਈਲਾਈਟਡ ਨਿਊਜ਼ ਹੈ, ਕਾਫੀ ਮਤਲਬ ਚੱਲ ਰਹੀ ਹੈ ਨਿਊਜ਼ ਅਖਬਾਰਾਂ ਦੇ ਵਿੱਚ ਵੀ ਤੇ ਨਿਊਜ਼ ਚੈਨਲ ਦੇ ਵਿੱਚ ਵੀ। ਤਾਂ ਯਾਦ ਰੱਖ ਲਿਓ ਤ੍ਰਿਪੁਰਾ, ਠੀਕ ਹੈ। ਹੁਣ ਤੁਸੀਂ ਮੈਨੂੰ ਕੈਪੀਟਲ ਕੀ ਲਿਖਣੀ ਹੈ? ਕੈਪੀਟਲ ਦੱਸਣੀ ਹੈ ਤ੍ਰਿਪੁਰਾ ਦੀ ਕਿਹੜੀ ਹੈ, ਕਮੈਂਟ ਬਾਕਸ ਦੇ ਵਿੱਚ। ਅੱਗੇ ਗੱਲ ਕਰੀਏ, ਕਹਿੰਦਾ ਜੀ ਇੰਡੀਆ ਹੈਜ਼ ਬੈਨਡ ਡੈਸ਼ ਐਕਸਪੋਰਟ ਵਿਦ ਦਾ ਇਮੀਡੀਏਟ ਇਫੈਕਟ। ਐਕਸਪੋਰਟ ਹੁੰਦਾ ਵੀ ਆਪਾਂ ਕੋਈ ਚੀਜ਼ ਬਾਹਰ ਭੇਜਦੇ ਆ। ਤਾਂ ਇੰਡੀਆ ਨੇ ਹਾਲ ਹੀ ਦੇ ਵਿੱਚ ਕੀ ਹੈ, ਜਿਹੜੀ ਕਣਕ ਹੈਗੀ ਰਾਜੇ, ਵੀਟ ਹੈ, ਉਹਦੇ ਜਿਹੜਾ ਐਕਸਪੋਰਟ ਹੈਗਾ, ਠੀਕ ਹੈ ਜੀ, ਉਹਦੇ ਉੱਪਰ ਕੀ ਕੀਤਾ? ਪਾਬੰਦੀ ਲਗਾਤੀ। ਉਹਦਾ ਕਾਰਨ ਕੀ ਹੈ? ਰਸ਼ੀਆ ਤੇ ਜਿਹੜਾ ਯੂਕਰੇਨ ਦੀ ਕੀ ਹੋ ਰਹੀ ਹੈ? ਲੜਾਈ ਹੋ ਰਹੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਯੂਕਰੇਨ ਦੀ ਕੀ ਹੋ ਰਹੀ ਹੈ? ਲੜਾਈ ਹੋ ਰਹੀ ਹੈ। ਜਿਹਦੇ ਕਰਕੇ ਜਿਹੜੀ ਇੰਟਰਨੈਸ਼ਨਲ ਆਪਣੀ ਜਿਹੜੀ ਮਾਰਕੀਟ ਆ ਉਹਦੇ ਵਿੱਚ ਇਹਦਾ ਪ੍ਰਾਈਸ ਕੀ ਆ? ਬਹੁਤ ਅਪ ਹੋ ਗਿਆ। ਤਾਂ ਇੰਡੀਆ ਨਹੀਂ ਚਾਹੁੰਦਾ ਵੀ ਇਨ ਫਿਊਚਰ ਅਗਰ ਉਹਦੇ ਦੇਸ਼ ਦੇ ਵਿੱਚ ਅਨਾਜ ਦੀ ਲੋੜ ਪਵੇ, ਕੋਈ ਸੰਕਟ ਆਵੇ, ਕੋਈ ਐਮਰਜੈਂਸੀ ਆਵੇ, ਤਾਂ ਉਹਨਾਂ ਨੂੰ ਖਰੀਦਣਾ ਪਵੇ। ਤਾਂ ਇਸ ਕਰਕੇ ਉਹਨਾਂ ਨੇ ਸਟੋਰ ਕਰ ਲਿਆ ਵੀਟ, ਠੀਕ ਹੈ ਜੀ। ਤਾਂ ਭਾਅ ਵੱਧ ਚੁੱਕੇ ਨੇ, ਤਾਂ ਇਹਨਾਂ ਨੇ ਬੰਦ ਕਰਤਾ ਇਮੀਡੀਏਟ ਇਫੈਕਟ, ਮਤਲਬ ਕਿ ਹੁਣ ਤੋਂ ਹੀ ਬੰਦ ਕਰਤਾ ਐਕਸਪੋਰਟ ਕਿਹਦਾ? ਵੀਟ ਦਾ, ਠੀਕ ਹੈ। ਤਾਂ ਅੱਗੇ ਗੱਲ ਕਰੀਏ ਜੀ, ਕਹਿੰਦਾ ਅਗਲਾ ਕਰੰਟ ਅਫੇਅਰ, ਕਹਿੰਦਾ ਜੀ ਹੂ ਹੈਜ਼ ਬੀਨ ਅਪੁਆਇੰਟਡ ਐਜ਼ ਦਾ ਨਿਊ ਚੀਫ ਆਫ ਦਾ ਸੈਂਟਰਲ ਬੋਰਡ ਆਫ ਦਾ ਸੈਕੰਡਰੀ ਐਜੂਕੇਸ਼ਨ, ਜਿਹਨੂੰ ਆਪਾਂ ਕਹਿੰਦੇ ਨੇ CBSE। ਤਾਂ ਇਹ ਹੈਗੇ ਨੇ ਜੀ IAS ਅਫਸਰ ਹੈਗੇ ਆ ਜੀ ਨਿਧੀ ਛਿੱਬੜ, ਠੀਕ ਹੈ ਜੀ। ਨਿਧੀ ਛਿੱਬੜ ਜੀ ਨੇ ਕੀਤਾ ਜੁਆਇਨ ਐਜ਼ ਏ ਡਾਇਰੈਕਟਰ ਆਫ ਦਾ CBSE, ਠੀਕ ਹੈ। ਨੈਕਸਟ ਚੱਲਦੇ ਹਾਂ ਜੀ ਆਪਾਂ। ਕਹਿੰਦੇ ਜੀ ਹੂ ਹੈਜ਼ ਟੌਪ ਦਾ ਲਿਸਟ ਆਫ ਦਾ ਫੋਰਬੈਸ ਹਾਈਐਸਟ ਪੇਡ ਐਥਲੀਟ 2022, ਠੀਕ ਹੈ ਜੀ। ਕਹਿੰਦਾ ਵਿਦ ਦਾ ਰਿਪੋਰਟਡ ਇਨਕਮ ਆਫ ਦਾ ਡਾਲਰ ਦੇ ਵਿੱਚ ਆ ਜੀ 130 ਮਿਲੀਅਨ ਡਾਲਰ, ਵੈਰੀ ਵੈਰੀ ਲਾਰਜ ਰਕਮ, ਠੀਕ ਹੈ ਜੀ, ਬਹੁਤ ਜ਼ਿਆਦਾ ਵੱਡੀ ਰਕਮ ਹੈ, ਠੀਕ ਹੈ। ਤਾਂ ਹਾਈਐਸਟ ਪੇਡ ਐਥਲੀਟ ਕੌਣ ਹੈ ਜੀ? ਜੇ ਮੈਂ ਗੱਲ ਕਰਾਂ, ਸਭ ਤੋਂ ਪਹਿਲੇ ਹੈਗੇ ਆ ਲਿਓਨੇਲ ਮੈਸੀ, ਠੀਕ ਹੈ ਜੀ, ਲੈਬਰਨ ਜੇਮਸ, ਕ੍ਰਿਸਟੀਆਨੋ ਰੋਨਾਲਡੋ, ਠੀਕ ਹੈ ਜੀ। ਇਹ ਤਿੰਨੇ ਬੰਦੇ ਇਸ ਲਿਸਟ ਦੇ ਵਿੱਚ ਹੈਗੇ ਆ, ਠੀਕ ਹੈ, ਇਹ ਬਾਹਰ ਨੇ। ਤਾਂ ਜਿਹਦੇ ਵਿੱਚ ਮੈਂ ਇਹਨਾਂ ਤਿੰਨਾਂ ਦੇ ਵਿੱਚੋਂ ਗੱਲ ਕਰਾਂ, ਸਭ ਤੋਂ ਹਾਈਐਸਟ ਦੀ ਗੱਲ ਕਰਦੇ ਹਾਂ ਆਪਾਂ, ਠੀਕ ਹੈ ਜੀ। ਸਭ ਤੋਂ ਜ਼ਿਆਦਾ ਜਿਹਨੂੰ ਮਿਲੀ ਆ ਉਹ ਹੈਗਾ ਜੀ ਲਿਓਨੇਲ ਮੈਸੀ, ਠੀਕ ਹੈ, ਇਹਨਾਂ ਨੂੰ ਮਿਲਿਆ ਜੀ। ਤੇ ਸੈਕੰਡ ਨੰਬਰ ਤੇ ਹੈਗੇ ਨੇ ਲੈਬਰੋਨ ਜੇਮਸ, ਤੇ ਥਰਡ ਤੇ ਹੈਗੇ ਨੇ ਕ੍ਰਿਸਟੀਆਨੋ ਰੋਨਾਲਡੋ। ਤਾਂ ਜਾਣਦੇ ਆਪਾਂ ਕੁਝ ਸਟੈਟਿਕ ਫੈਕਟ ਜਾਣਦੇ ਆ। ਤਾਂ ਆ ਹੈਗੇ ਆ ਜੀ ਤੁਹਾਡੇ ਮੈਸੀ, ਇਹ ਹੈਗੇ ਨੇ ਜੀ ਫੁੱਟਬਾਲ ਪਲੇਅਰ, ਠੀਕ ਹੈ ਜੀ, ਅਰਜਨਟੀਨਾ ਦੇ, ਠੀਕ ਹੈ ਜੀ। ਤਾਂ ਇਹ ਕੀ ਆ ਜੀ, ਇਹਨਾਂ ਨੇ ਟੌਪ ਕੀਤਾ ਲਿਸਟ ਦੇ ਵਿੱਚ ਤੇ ਸਭ ਤੋਂ ਹਾਈਐਸਟ ਪੇਡ ਐਥਲੀਟ ਬਣ ਗਿਆ 2022 ਦੇ। ਇਹ ਕਿੰਨੀ ਰਕਮ ਆ ਜੀ ਇਹਨਾਂ ਦੀ? 130 ਮਿਲੀਅਨ ਡਾਲਰ। ਅਗਲੀ ਗੱਲ ਕਰੀਏ, ਲੈਬਰੋਨ ਜੇਮਸ ਜਿਹੜੇ ਹੈਗੇ ਨੇ, ਇਹ ਹੈਗੇ ਨੇ ਬਾਸਕਟਬਾਲ ਪਲੇਅਰ ਨੇ ਰਾਜੇ, ਇਹਨਾਂ ਦੀ ਹੈਗੀ ਆ ਜੀ 121.2 ਮਿਲੀਅਨ। ਤੇ ਰੋਨਾਲਡੋ ਦੀ ਹੈਗੀ ਆ ਜੀ 115 ਮਿਲੀਅਨ। ਤਾਂ ਗੱਲ ਕਰਦੇ ਆ ਜੀ, ਜੇ ਮੈਂ ਗੱਲ ਕਰਾਂ ਮੈਸੀ ਦੀ, ਮੈਸੀ ਅਜੇ ਹੈਗਾ ਜੀ ਅਰਜਨਟੀਨਾ ਦਾ ਪ੍ਰੋਫੈਸ਼ਨਲ ਫੁੱਟਬਾਲਰ ਹੈ। ਤੇ ਜੇ ਮੈਂ ਗੱਲ ਕਰਾਂ ਲਿਬਰੋਨ ਜੇਮਸ ਦੀ ਗੱਲ ਕਰਾਂ, ਤਾਂ ਅਮਰੀਕਨ ਪ੍ਰੋਫੈਸ਼ਨਲ ਬਾਸਕਟਬਾਲ ਪਲੇਅਰ ਹੈ ਰਾਜੇ। ਉਹਦਾ ਛੋਟਾ ਨਾਮ ਕੀ ਹੈ? ਕਿੰਗ ਜੇਮਸ, ਕਿੰਗ ਜੇਮਸ ਦੇ ਨਾਮ ਨਾਲ ਜਾਣਿਆ ਜਾਂਦਾ ਆ ਬੰਦਾ, ਠੀਕ ਹੈ ਜੀ। ਇਹ ਫਸਟ ਤੇ ਹੈ, ਸੈਕੰਡ ਤੇ ਹੈ, ਥਰਡ ਤੇ ਹੈਗਾ ਜੀ ਆਪਣਾ, ਠੀਕ ਹੈ, ਰੋਨਾਲਡੋ। ਰੋਨਾਲਡੋ ਤਾਂ ਵੈਸੇ ਹੀ ਬਹੁਤ ਮਸ਼ਹੂਰ ਹੈ, ਤੁਹਾਨੂੰ ਪਤਾ,
ਠੀਕ ਹੈ ਜੀ। ਇਹ ਇਹਨਾਂ ਨਾਲ ਜਿਹੜੇ ਹੈਗੇ ਨੇ ਪੁਰਤਗਾਲ ਦੇ ਨੇ, ਠੀਕ ਹੈ ਜੀ, ਪੁਰਤਗਾਲ ਦੇ ਫੁੱਟਬਾਲ ਪਲੇਅਰ ਨੇ ਰਾਜੇ, ਠੀਕ ਹੈ ਜੀ। ਨੈਸ਼ਨਲ ਟੀਮ ਦੇ ਵਿੱਚ ਕੈਪਟਨ ਦੇ ਤੌਰ ਤੇ ਕੀ ਕੰਮ ਕਰਦੇ ਆ ਪੁਰਤਗਾਲ ਦੀ ਟੀਮ ਦੇ, ਠੀਕ ਹੈ। ਤਾਂ ਇਹ ਯਾਦ ਰੱਖ ਲੈਣਾ, ਤੁਹਾਨੂੰ ਪੁੱਛਿਆ ਜਾ ਸਕਦਾ ਕਿਹੜੀ ਟੀਮ ਦੇ ਵਿੱਚ ਖੇਡਦੇ ਆ, ਕਿਹੜੇ ਦੇਸ਼ ਵੱਲੋਂ ਖੇਡਦੇ ਆ ਭਾਈ, ਤੇ ਕਿੰਨੀ ਰਕਮ, ਇਹ ਵੀ ਆ ਪੁੱਛ ਸਕਦੇ ਆ ਤੁਹਾਨੂੰ, ਕਿੰਨੀ ਕਿੰਨੀ ਰਕਮ ਇਹਨਾਂ ਨੂੰ ਪੇ ਕੀਤੀ ਜਾਂਦੀ ਹੈ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਵੀ ਹੈਵ ਅਬਜ਼ਰਵਡ ਇੰਟਰਨੈਸ਼ਨਲ ਫੈਮਿਲੀ ਡੇ 2022 ਔਨ ਵਿਚ ਡੇਟ। ਤਾਂ ਅੰਤਰਰਾਸ਼ਟਰੀ ਪਰਿਵਾਰ ਦਿਵਸ ਆਪਾਂ ਕਦੋਂ ਮਨਾਉਣੇ ਆ ਭਾਈ? ਤਾਂ ਇਹ ਮਨਾਉਣੇ ਆਪਾਂ ਜੀ 15 ਮਈ ਨੂੰ। ਤਾਂ ਥੀਮ ਕੀ ਸੀ ਇਸ ਵਾਰੀ ਦਾ? ਥੀਮ ਸੀਗਾ ਜੀ ਫੈਮਿਲੀਜ਼ ਐਂਡ ਅਰਬਨਾਈਜੇਸ਼ਨ, ਠੀਕ ਹੈ ਜੀ, ਸ਼ਹਿਰੀਕਰਨ ਜਿਹਨੂੰ ਆਪਾਂ ਕਹਿ ਦਿੰਦੇ ਆ। ਤਾਂ ਕਲੀਅਰ ਹੈ, ਥੀਮ ਵੀ ਯਾਦ ਰੱਖ ਲੈਣਾ ਤੇ ਡੇ ਵੀ ਯਾਦ ਰੱਖ ਲੈਣਾ, ਕਦੋਂ ਮਨਾਇਆ ਜਾਂਦਾ? 15 ਮਈ ਨੂੰ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਵਿਚ ਕੰਟਰੀ ਹੈਜ਼ ਵੋਨ ਦਾ 2022 ਵੂਮਨ ਹਾਕੀ ਏਸ਼ੀਆ ਕੱਪ। ਤਾਂ ਏਸ਼ੀਆ ਕੱਪ ਜਿਹਨੇ ਜਿੱਤਿਆ ਰਾਜੇ? ਤਾਂ ਇਹ ਜਿੱਤ ਲਿਆ ਗਿਆ ਜੀ ਜਾਪਾਨ ਵੱਲੋਂ, ਠੀਕ ਹੈ ਜੀ। ਬਟ ਇਹਦੇ ਵਿੱਚ ਇੰਡੀਆ ਨੇ ਵੀ ਪਾਰਟਿਸਿਪੇਟ ਕੀਤਾ ਸੀ। ਇੰਡੀਆ ਨੂੰ ਸੈਕੰਡ ਪੋਜੀਸ਼ਨ ਮਿਲੀ ਹੈ, ਸੈਕੰਡ ਮਤਲਬ ਬ੍ਰਾਊਨ ਮੈਡਲ ਮਿਲਿਆ। ਤਾਂ ਕਹਿੰਦਾ ਜੀ ਵੂਮਨਸ ਏਸ਼ੀਆ ਕੱਪ ਦੇ ਵਿੱਚ ਇੰਡੀਆ ਨੇ ਬੀਟ ਕੀਤਾ ਚਾਈਨਾ ਨੂੰ ਤੇ ਵਿਨ ਕੀ ਕੀਤਾ ਜੀ? ਬ੍ਰਾਊਨ ਮੈਡਲ। ਤਾਂ ਬ੍ਰਾਊਨ ਮੈਡਲ ਦੇ ਵਿੱਚ ਕੀ ਕੀਤਾ ਇੰਡੀਆ ਨੇ? 2-0 ਨਾਲ ਹਰਾਇਆ ਚਾਈਨਾ ਨੂੰ। ਤਾਂ ਜੇ ਗੱਲ ਕਰੀਏ ਜਾਪਾਨ ਨੂੰ, ਜਾਪਾਨ ਨੇ ਸਾਊਥ ਕੋਰੀਆ ਨੂੰ ਹਰਾਇਆ ਰਾਜੇ, ਤੇ ਇਹਨਾਂ ਨੇ ਫਾਈਨਲ ਦੇ ਵਿੱਚ ਜਿੱਤ ਲਿਆ ਜੀ ਟਾਈਟਲ ਐਜ਼ ਏ ਵੂਮਨਸ ਹਾਕੀ ਏਸ਼ੀਆ ਕੱਪ ਦਾ। ਓਕੇ ਹੈ ਜੀ, ਦੋਨੇ ਯਾਦ ਰੱਖ ਲੈਣੇ, ਇੰਡੀਆ ਵੀ ਤੇ ਜਾਪਾਨ ਵੀ। ਅੱਗੇ ਗੱਲ ਕਰੀਏ ਜੀ, ਕਹਿੰਦਾ ਰੀਸੈਂਟਲੀ, ਕਹਿੰਦਾ ਵਿਚ ਇੰਡੀਅਨ ਸਟੇਟ ਟੂ ਰੀਸਟੋਰ ਦਾ 올ਡ ਪੈਨਸ਼ਨ ਸਕੀਮ। ਤਾਂ ਰਾਜੇ ਤੁਹਾਨੂੰ ਪਤਾ ਵੀ ਪੈਨਸ਼ਨ ਸਕੀਮ ਨੂੰ ਲੈ ਕੇ ਬਹੁਤ ਜਦੋਜਹਿਦ ਚੱਲ ਰਹੀ ਹੈ ਪੰਜਾਬ ਦੇ ਵਿੱਚ ਵੀ। 올ਡ ਪੈਨਸ਼ਨ ਸਕੀਮ ਕੀ ਹੁੰਦੀ ਸੀਗੀ? ਥੋੜਾ ਜਿਹਾ ਤੁਹਾਨੂੰ ਮੈਂ ਮੋਟਾ-ਮੋਟਾ ਦੱਸ ਦਿੰਦਾ। 올ਡ ਪੈਨਸ਼ਨ ਸਕੀਮ ਦੇ ਵਿੱਚ ਕੀ ਹੁੰਦਾ ਸੀ? ਜੇ ਮੰਨ ਲਓ ਕਿਸੇ ਬੰਦੇ ਦੀ 50,000 ਸੈਲਰੀ ਹੈ ਤਾਂ ਲਗਭਗ ਉਹਨੂੰ ਇਹਦਾ 50% ਸੈਲਰੀ ਬਾਅਦ ਚ ਮਿਲਦੀ ਸੀਗੀ, 25,000 ਰੁਪਇਆ। ਇਹਦਾ ਮਤਲਬ ਕਿ 50% ਬਾਅਦ ਚ ਮਿਲਦਾ ਸੀਗਾ, ਜਿੰਨੀ ਦੇਰ ਤੱਕ ਉਹ ਬੰਦਾ ਜਿੰਦਾ ਰਹਿੰਦਾ ਸੀਗਾ, ਠੀਕ ਹੈ, ਐਜ਼ ਏ ਪੈਨਸ਼ਨ ਮਿਲਦੀ ਸੀਗੀ। ਬਟ ਨਵੀਂ ਜਿਹੜੀ ਪੈਨਸ਼ਨ ਸਕੀਮ ਉਹਦੇ ਵਿੱਚ ਕੀ ਆ ਕਿ ਆਪਾਂ ਨੂੰ 10 ਤੋਂ ਲੈ ਕੇ 20% ਕੀ ਕਰਨੀ ਪੈਂਦਾ? ਆਪਣੀ ਹੀ ਸੈਲਰੀ ਘਟਾਉਣੀ ਪੈਂਦੀ ਹੈ, ਬੇਸਿਕ ਸੈਲਰੀ ਜਿਹੜੀ ਕਿ ਆਪਣੇ ਅਕਾਊਂਟ 'ਚ ਜਮ੍ਹਾਂ ਹੋ ਜਾਂਦੀ ਹੈ। ਤੇ ਜਦੋਂ ਆਪਾਂ ਰਿਟਾਇਰਡ ਹੋ ਜਾਾਂਗੇ ਆਪਣੀ ਹੀ ਰਕਮ ਆਪਾਂ ਨੂੰ ਮਿਲੂਗੀ। ਤਾਂ ਉਨੀ ਦੇਰ ਉਹ ਰਕਮ ਕੌਣ ਯੂਜ਼ ਕਰੂਗੀ? ਸਰਕਾਰ ਕਰੂਗੀ, ਕਹਿਣ ਦਾ ਭਾਵ। ਤਾਂ ਨਵੀਂ ਪੈਨਸ਼ਨ ਸਕੀਮ ਇੰਨੀ ਬੈਨੀਫੀਸ਼ੀਅਲ ਨਹੀਂ ਹੈਗੀ ਐਜ਼ ਕੰਪੇਅਰ ਟੂ 올ਡਰ। ਤਾਂ ਕਰਕੇ ਜਿਹੜੀ 올ਡ ਪੈਨਸ਼ਨ ਸਕੀਮ ਆ ਰਾਜੇ, ਉਹ ਸਭ ਤੋਂ ਪਹਿਲੀ ਸਟੇਟ ਬਣ ਗਈ ਹੈ ਛੱਤੀਸਗੜ੍ਹ। ਕਿਉਂਕਿ ਵੈਸੇ ਛੱਤੀਸਗੜ੍ਹ ਤੋਂ ਪਹਿਲਾਂ ਰਾਜਸਥਾਨ ਨੇ ਕੀ ਕੀਤਾ ਸੀ? ਅਨਾਉਂਸ ਕੀਤਾ ਸੀਗਾ। ਅਨਾਉਂਸ ਕਰਨ ਵਾਲੀ ਰਾਜਸਥਾਨ ਹੈ, ਲੇਕਿਨ ਨੋਟੀਫਾਈ ਕਰਨ ਵਾਲੀ ਸਭ ਤੋਂ ਪਹਿਲੀ ਜਿਹੜੀ ਬਣ ਗਈ ਉਹ ਛੱਤੀਸਗੜ੍ਹ ਬਣ ਗਈ ਹੈ। ਜੇ ਮੈਂ ਗੱਲ ਕਰਾਂ ਹੁਣ ਤੱਕ ਕਿੰਨੀਆਂ ਸਟੇਟਸ ਨੇ ਇਹ ਅਨਾਉਂਸ ਕੀਤਾ, ਤਾਂ 2 ਸਟੇਟਸ ਨੇ ਕੀਤਾ, ਰਾਜਸਥਾਨ ਤੇ ਛੱਤੀਸਗੜ੍ਹ ਨੇ। ਤਾਂ ਨੋਟੀਫਾਈ ਕਰਨ ਵਾਲੀ ਕਿਹੜੀ ਬਣ ਗਈ ਹੈ ਜੀ? ਪਹਿਲੀ ਸਟੇਟ ਬਣ ਗਈ ਹੈ ਇੰਡੀਆ ਦੀ ਛੱਤੀਸਗੜ੍ਹ, ਜਿਹਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਤੀ ਹੈ ਵਿਦ ਇਫੈਕਟ ਫਰੋਮ ਦਾ ਅਪ੍ਰੈਲ 30 ਅਪ੍ਰੈਲ ਤੋਂ, ਠੀਕ ਹੈ ਜੀ। ਤਾਂ ਕਲੀਅਰ ਹੈ ਜੀ, ਅਪ੍ਰੈਲ ਮਤਲਬ ਕੀ ਕਹਿ ਸਕਦੇ ਆ? ਅਪ੍ਰੈਲ ਮਹੀਨੇ ਤੋਂ ਸਟਾਰਟ ਕਰਤਾ ਇਹਨਾਂ ਨੇ। ਤਾਂ ਛੱਤੀਸਗੜ੍ਹ ਦੇ ਜਿਹੜੇ ਸੀਐਮ ਕੌਣ ਨੇ ਰਾਜੇ? ਭੂਪੇਸ਼ ਬਘੇਲ ਜੀ ਨੇ, ਤੇ ਰਾਏਪੁਰ ਇਹਨਾਂ ਦੀ ਕੀ ਹੈ ਜੀ? ਰਾਜਧਾਨੀ। ਤੇ ਜੇ ਮੈਂ ਗਵਰਨਰ ਦੀ ਗੱਲ ਕਰਾਂ, ਅਨਸੂਈਆ ਉਈਕੇ ਜੀ ਹੈਗੇ ਨੇ ਇਥੋਂ ਦੇ ਗਵਰਨਰ। ਤਾਂ ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਵਿਚ ਕੰਟਰੀ ਹੈਜ਼ ਵੋਨ ਦਾ ਜੂਨੀਅਰ ਆਰਚਰੀ ਏਸ਼ੀਆ ਕੱਪ, ਠੀਕ ਹੈ ਜੀ, ਜਿਹਨੂੰ ਆਪਾਂ ਕਹਿੰਦੇ ਆ ਤੀਰ ਅੰਦਾਜ਼ੀ ਏਸ਼ੀਆ ਕੱਪ। ਕਿਹਨੇ ਜਿੱਤਿਆ ਜੀ? ਤਾਂ ਇਹ ਜਿੱਤ ਲਿਆ ਗਿਆ ਜੀ ਆਪਣੇ ਭਾਰਤ ਦੇਸ਼ ਦੇ ਦੁਆਰਾ, ਇੰਡੀਆ ਦੁਆਰਾ। ਤਾਂ ਗੱਲ ਕਰੀਏ ਜੀ, ਕਹਿੰਦਾ ਦਾ ਇੰਡੀਆ ਵੋਨ 14 ਮੈਡਲ ਇਨ ਦਾ ਆਰਚਰੀ ਏਸ਼ੀਆ ਕੱਪ 2022 ਤੇ 14 ਮੈਡਲ ਲਏ ਨੇ ਜੀ ਇੰਡੀਆ ਦੇ। ਤਾਂ ਇੰਡੀਆ ਟੀਮ ਦੇ ਵਿੱਚ ਕੌਣ ਕੌਣ ਨੇ ਜੀ? ਪ੍ਰਨੀਤ ਕੌਰ, ਅਦਿਤੀ ਸਵਾਮੀ ਐਂਡ ਸਾਕਸ਼ੀ ਚੌਧਰੀ, ਜਿਨ੍ਹਾਂ ਨੇ ਗੋਲਡ ਮੈਡਲ ਜਿੱਤੇ ਨੇ, ਠੀਕ ਹੈ ਜੀ। ਤਾਂ ਕਹਿੰਦਾ ਜੀ ਮੀਟ ਆਫਟਰ ਦਾ ਡਿਪੀਟਿੰਗ ਇਰਾਕ ਦੇ, ਠੀਕ ਹੈ ਜੀ, ਇਰਾਕ ਦੇ ਵਿੱਚ, ਠੀਕ ਹੈ, ਇਹ ਹੋ ਰਿਹਾ ਜਿਹੜਾ ਆਪਣਾ ਆਰਚਰੀ ਏਸ਼ੀਆ ਕੱਪ। ਓਕੇ ਹੈ ਜੀ। ਤਾਂ ਚਲੋ ਜੀ ਆਪਾਂ ਅੱਗੇ ਗੱਲ ਕਰਦੇ ਹਾਂ। ਅਗਲਾ ਹੈਗਾ ਜੀ, ਕਹਿੰਦਾ ਵਿਚ ਕੰਪਨੀ ਹੈਜ਼ ਟੌਪਡ ਫੋਰਬੈਸ ਗਲੋਬਲ 2000 ਲਿਸਟ ਆਫ 2022, ਠੀਕ ਹੈ ਜੀ। ਕਿਹੜੀ ਕੰਪਨੀ ਨੇ ਗਲੋਬਲ ਜਿਹੜੀ 2000 ਲਿਸਟ ਜਾਰੀ ਹੁੰਦੀ ਹੈ ਜੀ, ਉਹਦੇ ਵਿੱਚ ਟੌਪ ਕੀਤਾ? ਕਿਹੜੀ ਕੰਪਨੀ ਆ ਜੀ? ਉਹ ਕੰਪਨੀ ਹੈਗੀ ਆ ਜੀ ਬਰਕਸ਼ਾਇਰ ਹੈਥਵੇ। ਇਹ ਕੰਪਨੀ ਆ ਜਿਹਨੇ ਵਰਲਡ ਦੇ ਵਿੱਚ ਟੌਪ ਕੀਤਾ ਹੈ। ਹੁਣ ਇੱਥੇ ਆਪਣੀ ਗੱਲ ਰਿਲਾਇੰਸ ਦੀ ਵੀ ਆ ਸਕਦੀ ਹੈ। ਰਿਲਾਇੰਸ ਨੇ ਕਿੰਨਵੇਂ ਨੰਬਰ ਤੇ ਟੌਪ ਕੀਤਾ, ਇਹ ਵੀ ਪੁੱਛਿਆ ਜਾ ਸਕਦਾ ਹੈ। ਬਟ ਪਹਿਲਾਂ ਆਪਾਂ ਵਰਲਡ ਦੀ ਕਰਨੀ ਹੈ, ਤਾਂ ਵਰਲਡ ਦੀ ਹੈਗੀ ਆ ਜੀ ਬਰਕਸ਼ਾਇਰ ਹੈਥਵੇ। ਇਹ ਜਿਹੜੀ ਲਿਸਟ ਕਿਹੜੀ ਆ ਜੀ? ਫੋਰਬੈਸ ਗਲੋਬਲ 2000 ਲਿਸਟ ਜਾਰੀ ਹੁੰਦੀ ਹੈ ਹਰ ਸਾਲ, ਤੇ ਇਹ 2022 ਦੀ ਜਾਰੀ ਕੀਤੀ ਗਈ ਹੈ ਇਸ ਸਾਲ। ਇਹਦੇ ਵਿੱਚ ਟੌਪ ਕਿਹਨੇ ਕੀਤਾ? ਬਰਕਸ਼ਾਇਰ ਹੈਥਵੇ ਨਾਮ ਦੀ ਕੰਪਨੀ ਨੇ ਕੀਤਾ ਰਾਜੇ। ਤਾਂ ਕਹਿੰਦਾ ਜੀ ਇਹਨਾਂ ਨੇ ਨੰਬਰ 1 ਸਪੋਰਟ ਕੀਤਾ ਜੀ ਫਸਟ ਟਾਈਮ ਤੇ। ਕਹਿੰਦਾ ਜੀ ਇਹ ਜਿਹੜੀ ਆਪਾਂ ਗੱਲ ਕਰੀਏ ਇਸ ਤੋਂ ਬਾਅਦ ਇਹਦੇ ਵਿੱਚ ਪੜਨ ਵਾਲੀ ਗੱਲ ਹੈਗੀ ਹੈ, ਤੁਹਾਨੂੰ ਮੈਂ ਦੱਸਦਾ। ਦੂਜੇ ਨੰਬਰ ਤੇ ਕਿਹਨੇ ਕੀਤਾ ਜੀ? ਦੂਜੇ ਨੰਬਰ ਤੇ ਕੀਤਾ ਜੀ ਇੱਕ ਮਿੰਟ, ਦੂਸਰੇ ਨੰਬਰ ਤੇ ਕੀਤਾ ਰਾਜੇ ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਦਾ ਚਾਈਨਾ। ਤਾਂ ਫਸਟ ਨੰਬਰ ਤੇ ਕੀਤਾ ਜੀ ਬਰਕਸ਼ਾਇਰ ਹੈਥਵੇ ਨੇ ਕੀਤਾ। ਸੈਕੰਡ ਨੰਬਰ ਤੇ ਕੀਤਾ ਚਾਈਨਾ ਦਾ ਇੱਕ ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਈਨਾ। ਤੇ ਥਰਡ ਤੇ ਕੀਤਾ ਜੀ ਸਾਊਦੀ ਅਰਬੀਅਨ ਇੱਕ ਆਇਲ ਕੰਪਨੀ ਹੈ, ਠੀਕ ਹੈ ਜੀ, ਸਾਊਦੀ ਅਰਮੇਕੋ, ਠੀਕ ਹੈ ਜੀ। ਇਹਨਾਂ ਨੇ ਤੀਜੇ ਨੰਬਰ ਤੇ ਸਪੋਰਟ ਕੀਤਾ, ਇਹ ਯਾਦ ਰੱਖ ਲਿਓ। ਹੁਣ ਅਗਰ ਮੈਂ ਇੰਡੀਆ ਦੀ ਗੱਲ ਕਰਾਂ ਰਾਜੇ, ਜਿਹੜੇ ਮੁਕੇਸ਼ ਅੰਬਾਨੀ ਆ, ਜਾਂ ਮੁਕੇਸ਼ ਅੰਬਾਨੀ ਦੀ ਕਿਹੜੀ ਕੰਪਨੀ ਆ? ਰਿਲਾਇੰਸ ਇੰਡਸਟਰੀ ਲਿਮਟਿਡ ਕੰਪਨੀ ਹੈ। ਉਹਨਾਂ ਨੇ ਕੀਤਾ ਜੀ 53ਵੇਂ ਨੰਬਰ ਤੇ।
ਜਿਵੇਂ ਆ ਫਸਟ ਹੈ, ਸੈਕਿੰਡ ਹੈ, ਥਰਡ ਹੈ, ਇਹ ਹੈਗਾ ਜੀ 53 ਨੰਬਰ ਤੇ। ਪਰ ਜੇ ਇੰਡੀਆ ਦੇ ਵਿੱਚ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਤਾਂ ਟੌਪ ਕੌਣ ਹੈ? ਮੁਕੇਸ਼ ਅੰਬਾਨੀ ਦੀ ਕੰਪਨੀ। ਠੀਕ ਹੈ, ਤੁਹਾਨੂੰ ਮੈਂ ਪਿੱਛੇ ਜੇ ਕਰੰਟ ਅਫੇਅਰ ਕਰਾਇਆ, ਸ਼ਾਇਦ ਤੁਹਾਨੂੰ ਯਾਦ ਹੋਵੇ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਰੀਸੈਂਟਲੀ ਕਹਿੰਦਾ ਹੂ ਬਿਕੇਮ ਦਾ ਫਸਟ ਇੰਡੀਅਨ ਬ੍ਰਾਂਡ ਐਂਬੈਸਡਰ ਆਫ ਦਾ ਲੁਈਸ ਵੀਟਨ। ਲੁਈਸ ਵੀਟਨ ਇੱਕ ਬ੍ਰਾਂਡ ਹੈ ਰਾਜੇ, ਉਹਦੀ ਜਿਹੜੀ ਬ੍ਰਾਂਡ ਐਂਬੈਸਡਰ ਬਣੀ ਹੈ, ਪਹਿਲੀ ਵਾਰੀ ਕੋਈ ਇੰਡੀਅਨ ਐਕਟਰੈਸ ਬਣੀ ਹੈ ਰਾਜੇ। ਉਹ ਕੌਣ ਹੈ? ਦੀਪਿਕਾ ਪਾਦੂਕੋਣ। ਠੀਕ ਹੈ ਜੀ, ਉਹਨਾਂ ਨੇ ਬਣਿਆ ਜੀ, ਆ ਦੇਖੋ ਲੁਈਸ ਵੂਟਨ ਦੇ ਬ੍ਰਾਂਡ ਐਂਬੈਸਡਰ। ਉਹਨਾਂ ਦੇ ਕੱਪੜੇ ਪਾਏ ਹੋਏ ਆ, ਉਹਨਾਂ ਦਾ ਪਰਸ ਫੜਿਆ ਹੋਇਆ ਭਾਈ ਹੱਥ ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਕਹਿੰਦੇ ਜੀ ਰੀਸੈਂਟਲੀ ਕਹਿੰਦਾ ਵਿਚ ਕੰਟਰੀ ਹੈਜ਼ ਬੀਨ ਅਪਰੂਵਡ ਟੂ ਰਿਪਲੇਸ ਦਾ ਰਸ਼ੀਆ ਔਨ ਦਾ ਯੂਐਨ ਹਿਊਮਨ ਰਾਈਟ ਕਾਉਂਸਲ। ਤਾਂ ਕਿਹੜੇ ਦੇਸ਼ ਨੇ ਜਾਂ ਕਿਹੜੀ ਕੰਟਰੀ ਨੇ ਰਸ਼ੀਆ ਨੂੰ ਰਿਪਲੇਸ ਕਰਤਾ? ਕਿਉਂਕਿ ਰਸ਼ੀਆ ਨੂੰ ਬਹੁਤ ਜਗ੍ਹਾ ਤੋਂ ਬਾਹਰ ਕੱਢ ਰਹੇ ਆ ਰਾਜੇ। ਤੁਹਾਨੂੰ ਪਤਾ ਹੀ ਹੈ ਰਸ਼ੀਆ ਆਪਣੀ ਮਨਮਾਨੀ ਕਰ ਰਿਹਾ ਯੂਕਰੇਨ ਦੇ ਉੱਪਰ ਅਟੈਕ ਕਰਕੇ, ਤਾਂ ਇੱਥੇ ਇਹਨਾਂ ਨੂੰ ਬਾਹਰ ਕੱਢਤਾ। ਇਹਨਾਂ ਨੂੰ ਜਦੋਂ ਬਾਹਰ ਕੱਢਿਆ ਤਾਂ ਜਗ੍ਹਾ ਖਾਲੀ ਹੋ ਗਈ ਹੈ। ਜਦੋਂ ਉਹ ਜਗ੍ਹਾ ਖਾਲੀ ਹੋ ਗਈ ਰਾਜੇ, ਉਹ ਜਗ੍ਹਾ ਕਿਹਨੂੰ ਮਿਲੀ ਹੈ? ਤੁਹਾਡੀ ਚੈੱਕ ਰਿਪਬਲਿਕ ਨੂੰ। ਠੀਕ ਹੈ ਜੀ, ਚੈੱਕ ਰਿਪਬਲਿਕ ਦੇਸ਼ ਹੈ, ਉਹਨੇ ਇਹ ਜਗ੍ਹਾ ਲੈ ਲਈ ਹੈ, ਕਿਉਂਕਿ ਇਹਨਾਂ ਨੂੰ ਵੋਟਿੰਗ ਹੋਈ ਸੀਗੀ। ਵੋਟਿੰਗ ਦੇ ਵਿੱਚ ਕੀ ਹੋਇਆ ਸੀ ਰਾਜੇ? ਕਹਿੰਦਾ ਜੀ ਇਹਦਾ ਜਨਰਲ ਅਸੈਂਬਲੀ ਸੀਕ੍ਰੇਟ ਬੈਲਟ ਵੋਟਿੰਗ ਦੇ ਵਿੱਚ ਕੀ ਹੋਇਆ ਸੀ? ਕਹਿੰਦਾ 180 ਕੰਟਰੀਆਂ ਨੇ ਵੋਟ ਕੀਤਾ 193 ਮੈਂਬਰ ਦੇ ਵਿੱਚੋਂ, ਬਾਕੀ ਐਬਸੈਂਟ ਸੀਗੇ। ਠੀਕ ਹੈ ਜੀ, ਉਹਨਾਂ ਨੇ ਜਿਹਦੇ ਵਿੱਚੋਂ 157 180 ਦੇ ਵਿੱਚੋਂ 157 ਕੰਟਰੀਆਂ ਨੇ ਇਹਨਾਂ ਨੂੰ ਸਪੋਰਟ ਕੀਤਾ ਚੈੱਕ ਰਿਪਬਲਿਕ ਨੂੰ। ਠੀਕ ਹੈ ਜੀ, ਬਾਕੀ 23 ਤਾਂ ਐਬਸੈਂਟ ਹੀ ਸੀਗੇ। ਤਾਂ ਕਈ ਵਾਰੀ ਕਹਿੰਦਾ ਜੀ ਜਿਹੜਾ ਚੈੱਕ ਰਿਪਬਲਿਕ ਉਹਨੂੰ ਕੀ ਕਹਿ ਜਾਂਦੀ ਹੈ? ਚੈਕੀਆ ਵੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ? ਚੈਕੀਆ ਦਾ ਨਾਮ ਕਿਹਾ ਜਾਂਦਾ ਹੈ। ਦੂਸਰਾ ਨਾਮ ਕੀ ਹੈ? ਚੈਕੀਆ ਜਾਂ ਫਿਰ ਚੈੱਕ ਰਿਪਬਲਿਕ ਕਹਿ ਦਿੰਦੇ ਆ। ਬੇਸਿਕਲੀ ਇਹ ਸੈਂਟਰਲ ਯੂਰਪ ਕੀ ਹੈ ਦੀ ਕੰਟਰੀ ਹੈ, ਤੇ ਇਹਦੀ ਜਿਹੜੀ ਕੈਪੀਟਲ ਹੈਗੀ ਆ ਜੀ ਉਹ ਕੀ ਹੈਗੀ ਆ? ਪ੍ਰਾਗ। ਪ੍ਰਾਗ ਇਹਦੀ ਕੀ ਹੈ? ਕੈਪੀਟਲ ਹੈ, ਯਾਦ ਰੱਖ ਲਿਓ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਰੀਸੈਂਟਲੀ ਕਹਿੰਦਾ ਇੱਕ ਪਦਮ ਸ਼੍ਰੀ ਡਾਕਟਰ ਰਾਮਾਕਾਂਤ ਸ਼ੁਕਲਾ, ਇਹਨਾਂ ਦੀ ਡੈਥ ਹੋ ਗਈ ਆ ਜੀ। ਇਹ ਜਿਹੜੇ ਸਕਾਲਰ ਸੀਗੇ, ਇਹ ਕਿਹੜੀ ਲੈਂਗੁਏਜ ਦੇ ਨਾਲ ਰਿਲੇਟਡ ਸੀਗੇ ਜਾਂ ਕਿਹੜੀ ਲੈਂਗੁਏਜ ਦੇ ਉੱਗੇ ਵਿਦਵਾਨ ਸੀਗੇ ਰਾਜੇ? ਤਾਂ ਇਹ ਹੈਗਾ ਜੀ ਹਿੰਦੀ ਐਂਡ ਸੰਸਕ੍ਰਿਤ। ਹਿੰਦੀ ਐਂਡ ਸੰਸਕ੍ਰਿਤ ਇਹਦਾ ਆਨਸਰ ਆ ਜਾਊਗਾ। ਤਾਂ ਇਹ ਸੀਗੇ ਜੀ ਹਿੰਦੀ ਐਂਡ ਸੰਸਕ੍ਰਿਤ ਦੇ ਉੱਗੇ ਵਿਦਵਾਨ। ਅੱਗੇ ਅਗਰ ਆਪਾਂ ਗੱਲ ਕਰੀਏ ਜੀ, ਕਹਿੰਦਾ ਰੀਸੈਂਟਲੀ ਕਹਿੰਦਾ ਹੂ ਅਨਵੀਲਡ ਇੰਡੀਆਜ਼ ਫਸਟ ਮੇਡ ਇਨ ਇੰਡੀਆ ਇਲੈਕਟ੍ਰਿਕ ਬੱਸ EKA E9। ਤਾਂ ਰਾਜੇ ਭਾਰਤ ਦੀ ਜਿਹੜੀ ਪਹਿਲੀ ਮੇਡ ਇਨ ਇੰਡੀਆ, ਯਾਦ ਰੱਖਣਾ ਇੰਡੀਆ ਦੇ ਵਿੱਚ ਬਣੀ ਹੈ ਪਹਿਲੀ ਮੇਡ ਇਨ ਇੰਡੀਆ ਇਲੈਕਟ੍ਰਿਕ ਬੱਸ ਦਾ ਨਾਮ ਹੈਗਾ ਈਕਾ E9। ਉਹਦਾ ਉਦਘਾਟਨ ਕੀਤਾ ਕਿਹਨੇ ਕੀਤਾ? ਮਹਾਰਾਸ਼ਟਰ ਦੇ ਜਿਹੜੇ ਮੁੱਖ ਮੰਤਰੀ ਹੈਗੇ ਆ ਅਦਿੱਤਿਆ ਠਾਕਰੇ। ਠੀਕ ਹੈ ਜੀ, ਅਦਿੱਤਿਆ ਠਾਕਰੇ ਨੇ ਕੀਤਾ, ਯਾਦ ਰੱਖ ਲਿਓ, ਮਹਾਰਾਸ਼ਟਰ ਦੇ ਮੁੱਖ ਮੰਤਰੀ। ਤਾਂ ਇਹ ਬੱਸ ਹੈ ਜੀ ਇੱਕ ਤੁਹਾਡੀ ਇੰਡੀਆ ਦੇ ਵਿੱਚ ਬਣੀ ਹੈ ਇਹ ਭਾਈ, ਯਾਦ ਰੱਖ ਲਿਓ, ਮਹਾਰਾਸ਼ਟਰ ਦੇ ਵਿੱਚ। ਤੇ ਇਹਨੂੰ ਮਤਲਬ ਕੀ ਕਹਿਣ ਦਾ ਮਤਲਬ, ਇਹਦੇ ਨਾਲ ਇੱਕ ਬੰਦਾ ਹੋਰ ਸੀਗਾ, ਉਹ ਸੀਗੇ ਜੀ ਨਿਤਿਨ ਗਡਕਰੀ ਜੀ, ਜਿਹੜੇ ਰੋਡ ਐਂਡ ਟਰਾਂਸਪੋਰਟ ਮੰਤਰੀ ਨੇ, ਉਹ ਵੀ ਨਾਲ ਸੀਗੇ ਜਦੋਂ ਇਹ ਲਾਂਚ ਕੀਤੀ ਗਈ ਹੈ ਬੱਸ। ਕਹਿੰਦੇ ਜੀ ਰੀਸੈਂਟਲੀ ਕਹਿੰਦੇ ਜਿਹੜੇ ਪੀਐਮ ਮੋਦੀ ਹੈਜ਼ ਕਹਿੰਦਾ ਵਿਜ਼ਿਟਡ ਵਿਚ ਕੰਟਰੀ ਟੂ ਅਟੈਂਡ ਦਾ 2566 ਬੁੱਢਾ ਜਯੰਤੀ ਸੈਲੀਬ੍ਰੇਸ਼ਨ। ਤਾਂ ਬੁੱਧਾ ਜਯੰਤੀ ਸੈਲੀਬ੍ਰੇਸ਼ਨ ਹੋਈ ਹੈ ਰਾਜੇ 2566, ਮਤਲਬ ਕਿ 2566 ਜਿਹੜੀ ਬੁੱਧਾ ਜਯੰਤੀ ਸੀਗੀ ਸੈਲੀਬ੍ਰੇਸ਼ਨ ਹੋਈ ਆ। ਕਿਹੜੀ ਕੰਟਰੀ ਦੇ ਵਿੱਚ ਹੋਈ ਹੈ? ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਗਏ ਆ, ਉਹ ਹੈ ਜੀ ਨੇਪਾਲ। ਠੀਕ ਹੈ ਜੀ, ਤਾਂ ਨੇਪਾਲ ਕੰਟਰੀ ਪੁੱਛਿਆ ਜਾ ਸਕਦਾ ਤੁਹਾਨੂੰ ਵੱਧ ਤੋਂ ਵੱਧ, ਬਸ ਡਾਇਰੈਕਟ ਯਾਦ ਰੱਖ ਲਿਓ ਕੰਟਰੀ ਨੇਪਾਲ ਦੇ ਵਿੱਚ। ਵੈਰੀ ਇੰਪੋਰਟੈਂਟ ਨਿਊਜ਼ ਮੈਂ ਰਾਜੇ ਇਹ ਆਪਣੇ ਚੈਨਲ ਤੇ ਵੀ ਸ਼ੇਅਰ ਕੀਤੀ ਸੀਗੀ। ਤੁਸੀਂ ਚੈਨਲ ਦੇ ਵਾਲਪੇਪਰ, ਚੈਨਲ ਦੀ ਵਾਲ ਜਿਹੜੀ ਹੁੰਦੀ ਹੈ ਆਪਣੀ, ਉੱਤੇ ਜਾ ਕੇ ਜਰੂਰ ਦੇਖਿਆ ਕਰੋ ਕੁਐਸਚਨ, ਜਾਂ ਫਿਰ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ। ਠੀਕ ਹੈ, ਟੈਲੀਗ੍ਰਾਮ ਗਰੁੱਪ ਤੇ ਵੀ ਮੈਂ ਪਾਉਂਦਾ ਰਹਿਣਾ ਕੁਇਜ਼ ਵਗੈਰਾ। ਤਾਂ ਕਹਿੰਦੇ ਜੀ ਰੀਸੈਂਟਲੀ ਵਿੱਚ ਫਾਰਮਰ ਆਸਟ੍ਰੇਲੀਅਨ ਕ੍ਰਿਕਟਰ ਜਿਹੜੇ ਹੈਗੇ ਸੀਗੇ, ਜਿਨ੍ਹਾਂ ਦਾ ਕਾਰ ਐਕਸੀਡੈਂਟ ਹੋ ਗਿਆ ਰੀਸੈਂਟਲੀ ਰਾਜੇ, ਆ ਉਹਨਾਂ ਦੀ ਸ਼ਕਲ ਹੈ। ਜੇ ਤੁਸੀਂ ਮੈਚ ਵਗੈਰਾ ਵੇਖਦੇ ਹੋ ਤੁਸੀਂ ਈਜ਼ੀਲੀ ਆਨਸਰ ਕਰ ਦੋਗੇ। ਐਂਡਰਿਊ ਸੈਮਨ, ਠੀਕ ਹੈ ਜੀ, ਇਹਨਾਂ ਦਾ ਨਾਮ ਹੈ। ਇਹਨਾਂ ਦੀ ਡੈਥ ਹੋ ਚੁੱਕੀ ਹੈ ਰੀਸੈਂਟਲੀ ਹਾਲੇ ਦੇ ਵਿੱਚ। ਇਸ ਤੋਂ ਪਹਿਲਾਂ ਸ਼ੇਨ ਵਾਰਨੇ ਦੀ ਵੀ ਹੋ ਗਈ ਹੈ ਭਾਈ, ਇਹ ਵੀ ਯਾਦ ਰੱਖ ਲਿਓ। ਤਾਂ ਰੀਸੈਂਟਲੀ ਲੇਟੈਸਟ ਜਿਹੜੀ ਹੋਈ ਹੈ ਜੀ ਐਂਡਰਿਊ ਦੀ ਹੋਈ ਹੈ, ਇਹ ਯਾਦ ਰੱਖ ਲਿਓ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਰੀਸੈਂਟਲੀ ਵਿਚ ਸਿਟੀ ਇੰਡੀਆਜ਼ ਫਸਟ ਅੰਮ੍ਰਿਤ ਸਰੋਵਰ ਹੈਜ਼ ਬੀਨ ਇਨੋਗ੍ਰੇਟਡ। ਠੀਕ ਹੈ, ਅੰਮ੍ਰਿਤ ਸਰੋਵਰ ਲਾਂਚ ਕੀਤਾ ਗਿਆ ਕਿਹੜੀ ਕੰਟਰੀ ਦੇ ਵਿੱਚ ਰਾਜੇ? ਇਹ ਹੈਗੀ ਕੰਟਰੀ ਯੂਪੀ ਦੇ ਵਿੱਚ, ਰਾਮਪੁਰ। ਠੀਕ ਹੈ ਜੀ, ਯੂਪੀ ਦੇ ਵਿੱਚ ਹੈ ਜੀ ਕੰਟਰੀ ਇਹ ਰਾਮਪੁਰ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਰੀਸੈਂਟਲੀ ਵਿਚ ਇੰਡੀਅਨ ਕ੍ਰਿਕਟਰ ਬਿਕਮ ਦਾ ਫਸਟ ਟੂ ਟੇਕ 250 ਵਿਕਟਸ ਇਨ ਦਾ ਟੈਸਟ ਮੈਚ ਦੇ ਵਿੱਚ ਰਾਜੇ, ਇਹਨਾਂ ਨੇ ਮਤਲਬ ਕਈ ਲਈਆਂ ਨੇ, ਜਾਂ ਆਪਾਂ ਕਹਿ ਸਕਦੇ ਹਾਂ 250 ਵਿਕਟਾਂ। ਤਾਂ ਇਹ ਹੈਗਾ ਜੀ, ਤੁਸੀਂ ਅਗਰ ਸ਼ਕਲ ਤੋਂ ਯਾਦ ਹੋਊਗਾ ਤੁਹਾਨੂੰ, ਜਸਪ੍ਰੀਤ ਬੁਮਰਾਹ। ਠੀਕ ਹੈ, ਤਾਂ ਇਹਦਾ ਰਾਈਟ ਆਨਸਰ ਹੈ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਰੀਸੈਂਟਲੀ ਵਿਚ ਕੰਟਰੀ ਵੋਨ ਦਾ ਉਬਰ ਕੱਪ 2022। ਤੁਹਾਨੂੰ ਮੈਂ ਥੋਮਸ ਕੱਪ ਕਰਾਇਆ ਸੀ, ਉਹਦੇ ਨਾਲ ਹੀ ਉਬਰ ਕੱਪ ਵੀ ਯਾਦ ਰੱਖਣਾ ਰਾਜੇ। ਤਾਂ ਥੋਮਸ ਕੱਪ ਤੁਹਾਨੂੰ ਦੱਸਿਆ ਸੀ ਇੰਡੀਆ ਨੇ ਜਿੱਤਿਆ, ਕਿਉਂਕਿ ਬਹੁਤ ਚਿਰ ਬਾਅਦ ਪਹਿਲੀ ਵਾਰ ਜਿੱਤਿਆ ਇੰਡੀਆ ਨੇ, ਮਤਲਬ ਕਿ ਬਹੁਤ ਚਿਰ ਬਾਅਦ ਇੰਡੀਆ ਦਾ ਨੰਬਰ ਆਇਆ ਕਾਫੀ ਕੋਸ਼ਿਸ਼ਾਂ ਕਰਨ ਦੇ ਬਾਅਦ, ਉਹ ਵੀ ਯਾਦ ਰੱਖਣਾ। ਤਾਂ ਜੇ ਮੈਂ ਇਹਦੀ ਗੱਲ ਕਰਾਂ ਰਾਜੇ, ਇਹ ਸਾਊਥ ਕੋਰੀਆ ਨੇ ਜਿੱਤਿਆ ਉਬਰ ਕੱਪ। ਕਿਹਨੇ ਜਿੱਤਿਆ? ਸਾਊਥ ਕੋਰੀਆ ਨੇ। ਕਹਿੰਦੇ ਜੀ ਰੀਸੈਂਟਲੀ ਔਨ ਵਿਚ ਡੇਟ ਦਾ ਵਰਡ ਹਾਈਪਰਟੈਂਸ਼ਨ ਡੇ। ਹਾਈਪਰਟੈਂਸ਼ਨ ਹੁੰਦਾ ਹਾਈ ਬਲੱਡ ਪ੍ਰੈਸ਼ਰ, ਹਾਈ ਬੀਪੀ। ਠੀਕ ਹੈ ਜੀ, ਤਾਂ ਹਾਈਪਰਟੈਂਸ਼ਨ ਡੇ ਹੈਜ਼ ਬੀਨ ਅਬਜ਼ਰਵਡ। ਕਦੋਂ ਅਬਜ਼ਰਵਡ ਕੀਤਾ ਜਾਂਦਾ ਜੀ? ਹਾਈਪਰਟੈਂਸ਼ਨ ਡੇ। ਠੀਕ ਹੈ ਜੀ,
ਤਾਂ ਤੁਸੀਂ ਇਹਦਾ ਰਾਈਟ ਆਨਸਰ ਦੱਸਣਾ ਮੈਨੂੰ। 17 ਮਈ ਨੂੰ ਕੀਤਾ ਜਾਂਦਾ ਰਾਜੇ, 17 ਮਈ ਨੂੰ। ਤੇ ਇਹਦਾ ਥੀਮ ਯਾਦ ਰੱਖਣਾ। ਥੀਮ ਹੈਗਾ ਜੀ ਕਹਿੰਦੇ ਮਾਈਅਰ ਯੂਅਰ ਬਲੱਡ ਪ੍ਰੈਸ਼ਰ, ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਦੇ ਰਹੋ। ਟੂ ਕੰਟਰੋਲ ਇਟ ਲਿਵ ਲੌਂਗਰ, ਜੇ ਤੁਸੀਂ ਬੀਪੀ ਨੂੰ ਕੰਟਰੋਲ ਕਰ ਲਓਗੇ, ਕਿਉਂਕਿ ਬੀਪੀ ਕਈ ਬਿਮਾਰੀਆਂ ਦੀ ਜੜ ਹੈ। ਜੇ ਤੁਹਾਡਾ ਬੀਪੀ ਵੱਧਦਾ ਹੈ ਤਾਂ ਤੁਹਾਨੂੰ ਗੁੱਸਾ ਆਊਗਾ, ਗੁੱਸਾ ਆਊਗਾ ਤਾਂ ਘਰ ਦੇ ਵਿੱਚ ਲੜਾਈ ਹੋਊਗੀ, ਲੜਾਈ ਹੋਈ ਤਾਂ ਸਿਰ ਪਾੜ ਸਕਦੇ ਆ ਤੁਹਾਡੇ ਠੀਕ ਹੈ। ਤਾਂ ਇਸ ਕਰਕੇ ਆਪਣਾ ਜਿਹੜਾ ਬੀਪੀ ਹੈਗਾ ਉਹਨੂੰ ਕੰਟਰੋਲ ਰੱਖਿਆ ਕਰੋ, ਠੀਕ ਹੈ ਜੀ। ਤੇ ਇਸ ਸਾਲ ਕਹਿੰਦੇ ਇਸ ਸਾਲ ਦਾ ਥੀਮ ਹੈ ਤੇ 17 ਮਈ ਨੂੰ ਮਨਾਇਆ ਜਾਂਦਾ ਵਰਲਡ ਹਾਈਪਰਟੈਂਸ਼ਨ ਡੇ। ਅੱਗੇ ਗੱਲ ਕਰਦੇ ਹਾਂ ਜੀ, ਬਹੁਤ ਇੰਪੋਰਟੈਂਟ ਨਿਊਜ਼ ਕਹਿੰਦੇ ਰੀਸੈਂਟਲੀ ਜਿਹੜੀ ਹੈਗੀ ਆ ਜੀ ਰਾਮਗੜ੍ਹ। ਇਹ ਯਾਰ ਮੈਂ ਕੁਐਸਚਨ ਡਬਲ ਹੋ ਗਿਆ ਮੈਨੂੰ ਲੱਗਦਾ, ਇਹ ਕੁਐਸਚਨ ਮੈਂ ਪਹਿਲਾਂ ਵੀ ਪਾਇਆ, ਠੀਕ ਹੈ। ਚਲੋ ਆਪਾਂ ਬਾਅਦ ਚ ਗੱਲ ਕਰਾਂਗੇ। ਰਾਮਗੜ੍ਹ ਵਸੁੰਧਰਾ ਟਾਈਗਰ ਰਿਜ਼ਰਵ ਜਿਹੜਾ ਹੈਗਾ ਰਾਜੀ, ਇਹ ਨੋਟੀਫਾਈ ਹੋਇਆ ਐਜ਼ ਏ ਟਾਈਗਰ ਰਿਜ਼ਰਵ ਆਫ ਇੰਡੀਆ। ਟਾਈਗਰ ਰਿਜ਼ਰਵ ਤੁਸੀਂ ਸਮਝਦੇ ਹੋ, ਜਿੱਥੇ ਟਾਈਗਰ ਰਿਜ਼ਰਵ ਦਾ ਮਤਲਬ ਹੁੰਦਾ ਕਿ ਜਦੋਂ ਇਹਨੂੰ ਆਪਾਂ ਇੱਕ ਲਿਸਟ ਦੇ ਵਿੱਚ ਲੈ ਕੇ ਆ ਜਾਂਦੇ ਆ, ਠੀਕ ਹੈ, ਰਿਜ਼ਰਵ ਲਿਸਟ ਦੇ ਵਿੱਚ, ਠੀਕ ਹੈ ਜੀ। ਬਟ ਇਹ ਪੁੱਛਿਆ ਗਿਆ ਵੀ ਕਿੰਨਵਾਂ ਬਣਿਆ, ਤਾਂ ਠੀਕ ਹੈ ਜੀ ਇਹ ਇੰਡੀਆ ਦੇ ਵਿੱਚ ਬਣਿਆ ਜੀ 52 ਨੰਬਰ ਤੇ ਬਣਿਆ। ਅੱਗੇ ਜਾ ਕੇ ਇਹਦੀ ਨਿਊਜ਼ ਮੈਂ ਡਿਟੇਲ ਦੇ ਵਿੱਚ ਵੀ ਕਰਵਾਈ ਹੋਈ ਹੈ। ਵੈਸੇ ਫਿਲਹਾਲ ਆਪਾਂ ਇੱਥੇ ਵੀ ਪੜ੍ਹ ਲੈਂਦੇ ਹਾਂ ਰਾਜੇ, ਕਿਹੜੀ ਸਟੇਟ ਦੇ ਵਿੱਚ ਹੈ ਇਹ? ਰਾਜਸਥਾਨ ਦੇ ਵਿੱਚ ਹੈ, ਠੀਕ ਹੈ ਜੀ, ਰਾਜਸਥਾਨ ਦੇ ਵਿੱਚ ਆਈ ਥਿੰਕ, ਜੇ ਮੈਂ ਗਲਤ ਨਾ ਹੋਵਾਂ ਤਾਂ ਤੁਹਾਨੂੰ ਮੈਂ ਇਹ ਪੂਰੀ ਡਿਟੇਲ ਦੇ ਵਿੱਚ ਪੜਾਉਣਾ ਹੈ। ਤਾਂ ਤੁਸੀਂ ਯਾਦ ਪਹਿਲਾਂ ਰੱਖਣਾ ਵੀ ਕਿੰਨਵੇਂ ਨੰਬਰ ਤੇ ਬਣਿਆ ਜੀ ਇਹ ਟਾਈਗਰ ਰਿਜ਼ਰਵ ਆਫ ਇੰਡੀਆ, ਤਾਂ 52 ਨੰਬਰ ਤੇ ਬਣਿਆ। ਤਾਂ ਅੱਗੇ ਆਪਾਂ ਨਿਊਜ਼ ਦੇ ਵਿੱਚ ਚੱਲਦੇ ਹਾਂ ਰਾਜੇ। ਨਿਊਜ਼ ਦੇ ਵਿੱਚ ਕੀ ਕਹਿੰਦੇ ਆ ਜੀ, ਮਿਨਿਸਟਰੀ ਫॉर ਦਾ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ, ਕੌਣ ਹੈ ਜੀ? ਭੁਪਿੰਦਰ ਯਾਦਵ। ਕਹਿੰਦਾ ਉਹਨਾਂ ਨੇ ਅਨਾਉਂਸ ਕੀਤਾ ਜੀ ਰਾਮਗੜ੍ਹ ਵਸੁੰਧਰਾ ਟਾਈਗਰ ਰਿਜ਼ਰਵ, ਕਹਿੰਦਾ ਰਾਜਸਥਾਨ ਦੇ ਵਿੱਚ, ਠੀਕ ਹੈ ਜੀ, ਰਾਜਸਥਾਨ ਦੇ ਵਿੱਚ ਹੀ ਹੈ। ਤਾਂ ਰਾਜਸਥਾਨ ਦੇ ਵਿੱਚ ਨੋਟੀਫਾਈ ਹੋਇਆ ਰਾਜੇ। ਤੇ ਜੇ ਮੈਂ ਗੱਲ ਕਰਾਂ ਰਾਜਸਥਾਨ ਦੇ ਵਿੱਚ ਆਲਰੇਡੀ 3 ਹੈਗੇ ਆ, ਚੌਥਾ ਬਣ ਗਿਆ। ਜੇ ਰਾਜਸਥਾਨ ਦੀ ਗੱਲ ਕਰੀਏ ਤਾਂ ਚੌਥਾ ਬਣ ਗਿਆ, ਜੇ ਇੰਡੀਆ ਦੀ ਗੱਲ ਕਰੀਏ ਤਾਂ ਕਿੰਨਵਾਂ ਬਣ ਗਿਆ? 52 ਨੰਬਰ ਤੇ ਬਣ ਗਿਆ। ਤਾਂ ਰਾਜਸਥਾਨ ਦੇ ਵਿੱਚ ਪਹਿਲੇ ਕਿਹੜੇ 3 ਨੇ ਰਾਜੇ? ਪਹਿਲਾ ਹੈਗਾ ਉੱਥੇ ਜੀ ਆਪਣਾ ਆਰਟੀਆਰ ਹੈ ਜੀ ਮਾਧੋਪੁਰ ਦੇ ਵਿੱਚ ਹੈ, ਠੀਕ ਹੈ ਜੀ। ਇੱਕ ਹੈਗਾ ਐਸਟੀਆਰ, ਉਹ ਹੈਗਾ ਜੀ ਅਲਵਰ ਦੇ ਵਿੱਚ। ਤੇ ਇੱਕ ਕੋਟਾ ਦੇ ਵਿੱਚ ਹੈਗਾ ਜੀ ਐਮਐਚਟੀਆਰ। ਤਾਂ ਫੁੱਲ ਨਾਮ ਤੁਹਾਨੂੰ ਮੈਂ ਦੱਸ ਦਿੱਤਾ ਜੀ, ਆ ਪਏ ਆ ਤੁਹਾਡੇ ਫੁੱਲ ਨਾਮ, ਇਹਨਾਂ ਨੂੰ ਇੱਕ ਵਾਰੀ ਜ਼ਰੂਰ ਪੜ੍ਹ ਲਿਓ। ਤਾਂ ਕਹਿਣ ਦਾ ਮਤਲਬ ਟੋਟਲ 4 ਹੋ ਗਏ ਆ ਰਾਜਸਥਾਨ ਦੇ ਵਿੱਚ, ਤੇ 52 ਨੰਬਰ ਤੇ ਕਿਹੜਾ ਆ ਗਿਆ ਜੀ ਆਪਣੇ ਇੰਡੀਆ ਦੇ ਵਿੱਚ। ਵੈਸੇ ਇੰਡੀਆ ਨਹੀਂ ਪੁੱਛਣਗੇ, ਰਾਜਸਥਾਨ ਵਾਲਾ ਘੱਟ ਪੁੱਛਦੇ ਆ, ਬਟ ਫਿਰ ਵੀ ਪੜ੍ਹ ਲਿਓ ਇੱਕ ਵਾਰੀ। ਅੱਗੇ ਗੱਲ ਕਰਦੇ ਹਾਂ ਜੀ, ਰੀਸੈਂਟਲੀ ਕਹਿੰਦਾ ਵਿਚ ਕੰਪਨੀ ਹੈਜ਼ ਲਾਂਚਡ ਇੰਡੀਆਜ਼ ਫਸਟ ਡੈਂਟਲ ਹੈਲਥ ਇੰਸ਼ੋਰੈਂਸ ਪਲਾਨ। ਤਾਂ ਪਹਿਲੀ ਕੰਪਨੀ ਬਣ ਗਈ ਹੈ ਜੀ, ਇਹ ਹੈਗੀ ਹੈ ਜੀ ਪੀਐਨਬੀ ਮੈਟ ਲਾਈਫ ਇੰਡੀਆ। ਬਸ ਇੰਨਾ ਕੁ ਯਾਦ ਰੱਖਣਾ, ਹੋਰ ਜ਼ਿਆਦਾ ਡਿਟੇਲ ਜਾਣ ਦੀ ਜ਼ਰੂਰਤ ਨਹੀਂ ਹੈਗੀ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਕੰਟਰੀ ਹੈਜ਼ ਟੌਪਡ ਟੂ ਬਿਕਮ ਦਾ ਲਾਰਜੈਸਟ ਵਹੀਕਲ ਮਾਰਕੀਟ ਇਨ ਦਾ ਵਰਲਡ। ਤਾਂ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਕਾਰਾਂ ਦਾ, ਠੀਕ ਹੈ ਜੀ, ਕਾਰਾਂ ਬਣਾਉਣ ਦੀ ਜਿਹੜੀ ਮਾਰਕੀਟ ਹੈ ਉਹ ਕਿਹਦੇ ਕੋਲੇ ਹੈ? ਤਾਂ ਇਹ ਟੌਪ ਦੇ ਵਿੱਚ ਹੈਗਾ ਜੀ ਚਾਈਨਾ। ਤਾਂ ਚਾਈਨਾ ਹੈਗਾ ਟੌਪ ਦੇ ਵਿੱਚ, ਯੂਐਸਏ 2 ਨੰਬਰ ਤੇ, ਥਰਡ ਤੇ ਜਾਪਾਨ, ਤੇ ਫੋਰਥ ਤੇ ਇੰਡੀਆ। ਤਾਂ ਇੰਡੀਆ ਦਾ ਰੈਂਕ ਵੀ ਯਾਦ ਰੱਖਣਾ ਭਾਈ, ਪਹਿਲੀਆਂ 5 ਯਾਦ ਰੱਖ ਲਿਓ ਜਰਮਨੀ ਤੱਕ। ਵੈਸੇ ਇੰਡੀਆ ਦਾ ਜ਼ਰੂਰ ਯਾਦ ਰੱਖਣਾ, 4th ਨੰਬਰ ਤੇ ਬਣ ਗਿਆ ਇੰਡੀਆ ਕਾਰਾਂ ਬਣਾਉਣ ਦੇ ਵਿੱਚ। ਤਾਂ ਅੱਗੇ ਚੱਲਦੇ ਹਾਂ ਜੀ ਆਪਾਂ। ਰੀਸੈਂਟਲੀ ਕਹਿੰਦਾ ਜੀ ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚਡ ਲੋਕ ਮਿਲਣੀ। ਤਾਂ ਇਹ ਤਾਂ ਆਪਣੇ ਪੰਜਾਬ ਦੀ ਨਿਊਜ਼ ਹੈ ਭਾਈ। ਲੋਕ ਮਿਲਣੀ ਤੁਹਾਨੂੰ ਪਤਾ, ਪਿੱਛੇ ਜੇ ਭਗਵੰਤ ਮਾਨ ਨੇ ਲੋਕ ਮਿਲਣੀ ਕੀਤੀ ਸੀ, ਕਾਹਦੇ ਵਾਸਤੇ? ਲੋਕਾਂ ਦੀ ਜਿਹੜੀਆਂ ਸ਼ਿਕਾਇਤਾਂ ਹੈ ਉਹਨਾਂ ਨੂੰ ਨਿਪਟਾਰੇ ਕਰਨ ਵਾਸਤੇ। ਤਾਂ ਲੋਕ ਮਿਲਣੀ ਕਿਹਨੇ ਕੀਤਾ ਸੀਗਾ ਜੀ? ਭਗਵੰਤ ਮਾਨ ਨੇ। ਭਗਵੰਤ ਮਾਨ ਨੂੰ ਸਾਰੇ ਜਾਣਦੇ ਆ, ਕੌਣ ਹੈ? ਚੀਫ ਮਿਨਿਸਟਰ ਆਫ ਪੰਜਾਬ। ਤਾਂ ਇਹਦੇ ਵਿੱਚ 61 ਕੰਪਲੇਂਟਸ ਕੀ ਕੀਤੀਆਂ ਗਈਆਂ? ਦਰਜ ਕੀਤੀਆਂ ਗਈਆਂ, ਜਿਹਦੇ ਵਿੱਚ ਲੋਕ ਮਿਲਣੀ ਕੀਤੀ ਗਈ ਤੇ ਇਹ ਕੰਪਲੇਂਟ ਦਾ ਕੀ ਕੀਤਾ ਗਿਆ? ਨਿਪਟਾਰਾ ਕੀਤਾ ਗਿਆ। ਕਹਿਣ ਦਾ ਭਾਵ ਇਹਨਾਂ ਦੇ ਉੱਪਰ ਚਰਚਾ ਕੀਤੀ ਗਈ। ਤਾਂ ਕੈਪੀਟਲ ਕਿਹੜੀ ਹੈ ਜੀ ਪੰਜਾਬ ਦੀ? ਚੰਡੀਗੜ੍ਹ। ਤੇ ਗਵਰਨਰ ਕੌਣ ਨੇ? ਬਨਵਾਰੀ ਲਾਲ ਪੁਰੋਹਿਤ, ਠੀਕ ਹੈ। ਤੇ ਚੀਫ ਮਿਨਿਸਟਰ ਸਾਰਿਆਂ ਨੂੰ ਪਤਾ, ਭਗਵੰਤ ਮਾਨ। ਤਾਂ ਅੱਗੇ ਚੱਲਦੇ ਹਾਂ ਜੀ ਆਪਾਂ। ਰੀਸੈਂਟਲੀ ਕਹਿੰਦੇ ਜੀ ਹੂ ਹੈਜ਼ ਬੀਨ ਅਪੁਆਇੰਟਡ ਐਜ਼ ਦਾ ਐਗਜ਼ੀਕਿਊਟਿਵ ਡਾਇਰੈਕਟਰਸ ਇਨ ਆਰਬੀਆਈ। ਤਾਂ 2 ਬੰਦੇ ਆ ਜੀ, ਰਾਜੀਵ ਰੰਜਨ ਤੇ ਸਿੱਧੀਕਾਂਤ ਪਟਨਾਇਕ, ਦੋਨੇ ਹੀ ਰਾਜੇ ਰਾਈਟ ਆਨਸਰ ਹੈ। ਇਹ ਦੋਵਾਂ ਨੂੰ ਹਾਲ ਹੀ ਦੇ ਵਿੱਚ ਕੀ ਕੀਤਾ ਗਿਆ? ਐਜ਼ ਏ ਅਪੁਆਇੰਟਡ ਐਜ਼ ਏ ਐਗਜ਼ੀਕਿਊਟਿਵ ਡਾਇਰੈਕਟਰਸ ਇਨ ਆਰਬੀਆਈ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦੇ ਅੱਛਾ ਜੀ ਮੈਨੂੰ ਇੱਕ ਕਮੈਂਟ ਕਰਕੇ ਜਾਇਓ, ਵੈਸੇ ਮੈਂ ਬਹੁਤ ਵਾਰੀ ਕਰਵਾਇਆ, ਆਰਬੀਆਈ ਦਾ ਹੈੱਡਕੁਆਟਰ ਕਿੱਥੇ ਹੈ ਇਹ ਵੀ ਦੱਸ ਦਿਓ ਮੈਨੂੰ ਭਾਈ। ਇਹ ਸਿੰਪਲ ਜਿਹੇ ਕੁਐਸਚਨ ਹੁੰਦੇ ਆ ਜਿਹੜੇ ਕਈ ਵਾਰ ਪੁੱਛ ਲਏ ਜਾਂਦੇ ਆ ਐਗਜ਼ਾਮ ਦੇ ਵਿੱਚ, ਤਾਂ ਰਿਵੀਜ਼ਨ ਕਰਨੀ ਬਹੁਤ ਜ਼ਰੂਰੀ ਹੈ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਰੀਸੈਂਟਲੀ ਹੂ ਬਿਕੇਮ ਦਾ ਫਸਟ ਬ੍ਰਿਟਿਸ਼ ਕਲਾਈਂਬਰ ਟੂ ਮੇਕ ਦਾ ਮੋਸਟ ਮਾਊਂਟ ਐਵਰੈਸਟ ਸਮਿਟ 16 ਟਾਈਮਸ। ਕਹਿਣ ਦਾ ਮਤਲਬ ਕਿ ਮਾਊਂਟ ਐਵਰੈਸਟ ਦੇ ਵਿੱਚ ਸਭ ਤੋਂ ਜ਼ਿਆਦਾ ਚੜ੍ਹਨ ਵਾਲਾ। ਵੈਸੇ ਤਾਂ ਇੰਡੀਅਨ ਤੁਹਾਨੂੰ ਮੈਂ ਕਰਾਇਆ 26 ਵਾਰੀ ਚੜ੍ਹਿਆ ਸੀ ਉਸ ਦਿਨ, ਠੀਕ ਹੈ। ਬਟ ਗੱਲ ਕਰਦੇ ਹਾਂ ਜੀ ਜਿਹੜਾ ਬਾਹਰਲਾ ਬੰਦਾ ਕਹਿ ਸਕਦੇ ਹਾਂ ਵਿਦਆਊਟ ਨੇਪਾਲੀ, ਠੀਕ ਹੈ ਜੀ। ਤਾਂ ਇਹ ਹੈਗਾ ਜੀ ਬ੍ਰਿਟਿਸ਼ ਦਾ ਬੰਦਾ ਹੈਗਾ ਜਿਹਨੇ 16 ਵਾਰ ਕੀ ਕੀਤੀ ਹੈ? ਫਤਿਹ ਕੀਤੀ ਹੈ ਮਾਊਂਟ ਐਵਰੈਸਟ। ਪਹਿਲਾਂ ਤੁਹਾਨੂੰ ਮੈਂ 26 ਵਾਰ ਵੀ ਕਰਾ ਚੁੱਕਿਆ, 26 ਵਾਰ ਕਿਹਨੇ ਕੀਤੀ ਆ? ਜੇ ਤੁਹਾਨੂੰ ਯਾਦ ਹੋਇਆ ਤਾਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ, ਨਹੀਂ ਤਾਂ ਮੈਂ ਤੁਹਾਨੂੰ ਅਗਲੀ ਵਾਰੀ ਦੱਸ ਦੂੰਗਾ। ਤਾਂ ਇਹ ਬੰਦਾ ਹੈਗਾ ਜੀ ਕਿੰਟੋਨ ਕੂਲ, ਠੀਕ ਹੈ ਜੀ, ਕਿੰਟੋਨ ਕੂਲ ਇਹਦਾ ਨਾਮ ਹੈਗਾ ਭਾਈ ਬੰਦਾ। ਇਹ ਹੈਗਾ ਜੀ ਬ੍ਰਿਟਿਸ਼, ਠੀਕ ਹੈ। ਤਾਂ ਅੱਗੇ ਚੱਲਦੇ ਹਾਂ ਜੀ ਆਪਾਂ ਨੈਕਸਟ ਐਮਸੀਕਿਊ ਵੱਲ ਮੂਵ ਕਰਦੇ ਹਾਂ।
ਤਾਂ ਕਹਿੰਦੇ ਜੀ ਰੀਸੈਂਟਲੀ ਵਿਚ ਕੰਟਰੀ ਵਿਲ ਹੋਸਟ 44th ਚੈਸ 올림픽 2022। ਤਾਂ ਸ਼ਤਰੰਜ ਜਿਹੜੀ 올림픽 ਹੋ ਰਹੀ ਹੈ 2022 ਉਹਦੀ ਮੇਜ਼ਬਾਨੀ ਕਿਹੜਾ ਦੇਸ਼ ਕਰੂਗਾ? ਤਾਂ ਉਹਦੀ ਮੇਜ਼ਬਾਨੀ ਕਰ ਰਿਹਾ ਜੀ ਆਪਣਾ ਹੀ ਦੇਸ਼ ਇੰਡੀਆ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਕਹਿੰਦੇ ਰੀਸੈਂਟਲੀ ਹੂ ਹੈਜ਼ ਬੀਨ ਅਪੁਆਇੰਟਡ ਐਜ਼ ਦਾ ਨਿਊ ਐਮਡੀ ਐਂਡ CEO ਆਫ ਭਾਰਤੀ ਏਅਰਟੈਲ। ਤਾਂ ਏਅਰਟੈਲ ਦਾ ਨਵਾਂ ਬੰਦਾ ਤਾਂ ਇਹ ਹੈਗਾ ਜੀ ਗੋਪਾਲ ਬੀਤਲ। ਠੀਕ ਹੈ, ਆਹ ਬੰਦਾ ਜੀ ਗੋਪਾਲ ਬੀਤਲ। ਤਾਂ ਦੇਖੋ ਜਿਹੜੀਆਂ ਅਪੁਆਇੰਟਮੈਂਟ ਹੁੰਦੀਆਂ ਰਾਜੇ ਇਹ ਬਹੁਤ ਇੰਪੋਰਟੈਂਟ ਬਣ ਜਾਂਦੀਆਂ ਕਿਸੇ ਵੀ ਐਗਜ਼ਾਮ ਵਾਸਤੇ, ਤਾਂ ਇਹ ਯਾਦ ਰੱਖਣੀਆਂ ਨੇ। ਤਾਂ ਨਾਲ ਦੀ ਨਾਲ ਅਗਲੀ ਅਪੁਆਇੰਟਮੈਂਟ ਫੇਰ ਆ ਗਈ ਜੀ, ਕਹਿੰਦੇ ਅਵਾਰਡ ਤੇ ਜਿਹੜੀਆਂ ਅਪੁਆਇੰਟਮੈਂਟ ਹੁੰਦੀਆਂ ਇਹ ਬਹੁਤ ਇੰਪੋਰਟੈਂਟ ਰਹਿੰਦੀਆਂ। ਅਗਲਾ ਅਵਾਰਡ ਆ ਗਿਆ ਆਪਣੇ ਕੋਲੇ, ਤਾਂ ਕਹਿੰਦੇ ਜੀ ਵਿਚ ਇੰਡੀਅਨ ਹੈਜ਼ ਬੀਨ ਅਵਾਰਡਡ ਵਿਦ ਦਾ ਹਾਈਐਸਟ ਬ੍ਰਿਟਿਸ਼ ਆਨਰੀ ਅਵਾਰਡ। ਤਾਂ ਬ੍ਰਿਟਿਸ਼ ਆਨਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ, ਉਹ ਭਾਰਤ ਦੇ ਜੰਪਲ ਨੇ ਬੰਦੇ। ਤਾਂ ਉਹ ਬੰਦਾ ਹੈ ਕੌਣ ਹੈ ਜੀ? ਇਹ ਬੰਦਾ ਹੈਗਾ ਤੁਹਾਡਾ ਅਜੇ ਪੀਰਾਮਲ। ਤਾਂ ਪੀਰਾਮਲ ਗਰੁੱਪ ਦੇ ਕੰਪਨੀ ਦਾ ਕੀ ਮਾਲਕ ਹੈ ਇਹ। ਤਾਂ ਅਜੇ ਪੀਰਾਮਲ ਨਾਮ ਹੈ ਇਹਨਾਂ ਦਾ। ਅੱਗੇ ਗੱਲ ਕਰੀਏ ਜੀ, ਕਹਿੰਦੇ ਰੀਸੈਂਟਲੀ ਹੂ ਹੈਜ਼ ਬੀਨ ਅਪੁਆਇੰਟਡ ਐਜ਼ ਅ ਨਿਊ ਚੇਅਰਪਰਸਨ ਆਫ ਦਾ ਬੰਬੇ ਸਟਾਕ ਐਕਸਚੇਂਜ BSE। ਤੁਹਾਨੂੰ ਮੈਂ ਦੱਸਿਆ ਵੀ ਜਿਹੜੀਆਂ ਵੀ ਅਪੁਆਇੰਟਮੈਂਟ ਹੋ ਗਈਆਂ ਤੇ ਅਵਾਰਡ ਹੋ ਗਏ ਇਹ ਪੰਜਾਬ ਦੇ ਪੇਪਰਾਂ ਸਭ ਤੋਂ ਵੱਧ ਪੁੱਛੇ ਜਾਂਦੇ ਆ। ਤਾਂ ਬੰਬੇ ਸਟਾਕ ਐਕਸਚੇਂਜ ਦੇ ਜਿਹੜੇ ਮੁਖੀ ਬਣੇ ਆ ਜਾਂ ਜਿਹੜੇ ਨਿਊ ਚੇਅਰਪਰਸਨ ਬਣੇ ਆ SS ਮੁੰਦਰਾ। ਠੀਕ ਹੈ ਜੀ, SS ਮੁੰਦਰਾ। SS ਦਾ ਮਤਲਬ ਕੀ ਹੈ? ਸੁਭਾਸ਼। ਠੀਕ ਹੈ ਜੀ, ਸੁਭਾਸ਼ ਰਤਨ ਮੁੰਦਰਾ। ਠੀਕ ਹੈ ਜੀ, ਸ਼ਿਵਤਰਤਨ ਪਤਾ ਨਹੀਂ ਕੀ ਨਾਮ ਹੈ, ਤਾਂ ਮੈਨੂੰ ਪ੍ਰੋਪਰਲੀ ਯਾਦ ਨਹੀਂ ਹੈਗਾ ਦਿਮਾਗ ਦੇ ਵਿੱਚ, ਬਟ ਤੁਸੀਂ ਯਾਦ ਰੱਖ ਲਿਓ SS ਮੁੰਦਰਾ। ਠੀਕ ਹੈ ਜੀ। ਤਾਂ ਅੱਗੇ ਜੇ ਆਪਾਂ ਗੱਲ ਕਰੀਏ ਬੰਬੇ ਸਟਾਕ ਐਕਸਚੇਂਜ ਰਾਜੇ, ਕਹਿੰਦੇ ਜੀ ਇਹਨੂੰ ਕਹਿ ਦਿੰਦੇ ਆ ਬੰਬੇ ਸਟਾਕ ਐਕਸਚੇਂਜ, ਜਿਹੜੀ ਇੰਡੀਆ ਦੀ ਸਟਾਕ ਐਕਸਚੇਂਜ ਹੈ। ਠੀਕ ਹੈ, ਦਲਾਲ ਸਟਰੀਟ ਇਨ ਮੁੰਬਈ। ਕਹਿਣ ਦਾ ਮਤਲਬ ਕਿ ਕਿੱਥੇ ਹੈ? ਹੈਡਕੁਆਟਰ ਮੁੰਬਈ ਦੇ ਵਿੱਚ ਹੈ। ਤਾਂ ਸਟੈਬਲਿਸ਼ ਕਦੋਂ ਕੀਤੀ ਗਈ? 1875 ਦੇ ਵਿੱਚ। ਕਿਹਦੇ ਦੁਆਰਾ? ਇੱਕ ਕਾਟਨ ਮਰਚੈਂਟ ਸੀਗਾ ਬੰਦਾ, ਸੀਗਾ ਜੀ ਪ੍ਰੇਮ ਚੰਦ ਰੋਏ ਚੰਦ, ਰਾਜਸਥਾਨੀ ਜੈਨ ਬਿਜ਼ਨਸਮੈਨ ਸੀਗਾ, ਉਹਨੇ ਇਹ ਮਤਲਬ ਕਿ ਸਟੈਬਲਿਸ਼ ਕੀਤੀ ਸੀ। ਤਾਂ ਸਭ ਤੋਂ ਓਲਡੈਸਟ ਸਟਾਕ ਐਕਸਚੇਂਜ ਹੈ ਏਸ਼ੀਆ ਦੀ, ਇਹ ਯਾਦ ਰੱਖਣਾ, ਸਭ ਤੋਂ ਓਲਡੈਸਟ। ਠੀਕ ਹੈ ਜੀ। ਤੇ ਜੇ ਮੈਂ ਗੱਲ ਕਰਾਂ 10th ਓਲਡੈਸਟ ਇਨ ਦਾ ਵਰਲਡ ਹੈ, ਤੇ ਏਸ਼ੀਆ ਦੀ ਕੀ ਹੈ ਜੀ? ਸਭ ਤੋਂ ਓਲਡੈਸਟ। ਤਾਂ 1875 ਦੇ ਵਿੱਚ ਬਣਾਈ ਸੀਗੀ। ਕੌਣ ਸੀ ਬੰਦਾ ਉਹ? ਕਾਟਨ ਦਾ ਵਪਾਰੀ ਸੀਗਾ ਭਾਈ, ਪ੍ਰੇਮ ਚੰਦ ਰੋਏ ਚੰਦ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦੇ ਰੀਸੈਂਟਲੀ ਵਿਚ ਸਟੇਟ ਹੈਜ਼ ਵੋਨ ਦਾ 12th ਐਡੀਸ਼ਨ ਆਫ ਦਾ ਹਾਕੀ ਇੰਡੀਆ ਸੀਨੀਅਰ ਵੂਮੈਨਸ ਨੈਸ਼ਨਲ ਚੈਂਪੀਅਨਸ਼ਿਪ। ਤਾਂ ਕਿਹੜੀ ਸਟੇਟ ਨੇ ਜਿੱਤ ਲਈ ਹੈ ਰਾਜੇ ਇਹ? ਤਾਂ ਇਹਦਾ ਰਾਈਟ ਆਨਸਰ ਬਣਦਾ ਜੀ ਤੁਹਾਡਾ ਉੜੀਸਾ ਸਟੇਟ ਨੇ ਜਿੱਤੀ ਆ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ। 12th ਐਡੀਸ਼ਨ ਹੋਇਆ ਇਹਦਾ। ਕਹਿੰਦੇ ਜੀ ਐਜ਼ ਪਰ ਦਾ ਰੀਸੈਂਟ UN ਵਰਲਡ ਇਕਨੋਮਿਕ ਸਿਚੁਏਸ਼ਨ ਐਂਡ ਪ੍ਰੋਸਪੈਕਟਸ, ਕਹਿੰਦੇ ਰਿਪੋਰਟ ਦੇ ਕਹਿੰਦੇ ਆ ਜੀ ਜਿਹੜੀ ਪ੍ਰੋਜੈਕਸ਼ਨ ਹੈ ਕਿ GDP ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹਨੂੰ ਕਹਿ ਦਿੰਦੇ ਆਪਾਂ, ਗਰੋਥ ਰੇਟ ਉਹਦਾ ਕੀ ਹੈ? ਘਟ ਜੂਗਾ ਇੰਡੀਆ ਦੇ ਵਿੱਚ ਅਗਲੇ ਫਾਈਨੈਂਸ਼ੀਅਲ ਈਅਰ 2023 ਦੇ ਵਿੱਚ। ਤਾਂ ਕਿੰਨਾ ਘਟ ਜੂਗਾ ਰਾਜੀ? ਇਹ ਬਣ ਜੂਗਾ ਜੀ 6 ਆ ਜੂਗਾ। ਕਿੰਨਾ ਆ ਜੂਗਾ? 6 ਆ ਜੂਗਾ। ਇਹ ਕਿਆ ਮਤਲਬ ਕਿ ਇੱਕ ਰਿਪੋਰਟ ਹੈ। ਇੱਕ ਰਿਪੋਰਟ ਕੌਣ ਜਾਰੀ ਕਰਦਾ? ਸੰਯੁਕਤ ਰਾਸ਼ਟਰ ਦੀ ਕਹਿੰਦੇ ਜਿਹੜੀ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾ ਦੇ ਰਿਪੋਰਟ ਦੇ ਅਨੁਸਾਰ, ਜਿਹੜੇ ਕਿ ਪੂਰੇ ਕੰਟਰੀਆਂ ਦੀ ਕੀ ਕਰਦੇ ਆ? ਐਨਾਲਿਸਿਸ ਕਰਦੇ ਆ। ਤਾਂ ਇਹਦੇ ਵਿੱਚ ਕੀ ਆ ਜੀ, ਤੁਹਾਨੂੰ ਮੈਂ ਕੱਲ ਦੱਸਦਾ ਵਾਂ ਇੱਕ ਚੀਜ਼। GDP ਕੀ ਚੀਜ਼ ਹੁੰਦੀ ਹੈ? GDP ਹੁੰਦੀ ਆ ਵੀ ਜਿਵੇਂ ਜਿੰਨੀਆਂ ਵੀ ਆਪਣੇ ਦੇਸ਼ ਦੇ ਵਿੱਚ ਚੀਜ਼ਾਂ ਬਣਦੀਆਂ, ਠੀਕ ਹੈ, ਜਿੰਨੀਆਂ ਆਪਾਂ ਕੀ ਆ ਬਾਹਰ ਭੇਜਦੇ ਆ ਜਾਂ ਆਪਣੇ ਵਿੱਚ ਉਹਦਾ ਮੁੱਲ ਹੁੰਦਾ, ਉਹਨੂੰ ਕਹਿ ਦਿੰਦੇ ਆ ਗ੍ਰੋਸ ਡੋਮੈਸਟਿਕ ਪ੍ਰੋਡਕਟ ਕਹਿ ਦਿੰਦੇ ਆ। ਹੁਣ ਜੇ ਮੈਂ ਗੱਲ ਕਰਾਂ GDP ਦੀ ਰਾਜੇ, ਕਹਿੰਦਾ ਜਿਹੜੀ ਯੂਨਾਈਟਿਡ ਨੇਸ਼ਨ ਡਿਪਾਰਟਮੈਂਟ ਆਫ ਦਾ ਇਕਨੋਮਿਕ ਐਂਡ ਸੋਸ਼ਲ ਅਫੇਅਰਸ, ਉਹਨਾਂ ਨੇ ਕੀ ਕੀਤਾ ਜੀ? ਇੱਕ ਰਿਪੋਰਟ ਜਾਰੀ ਕੀਤੀ ਹੈ। ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ GDP ਹੈਗੀ ਹੈ ਰਾਜੇ ਉਹ ਘਟ ਜੂਗੀ। ਕਹਿਣ ਦਾ ਮਤਲਬ ਕਿ 6.7 ਤੋਂ ਕਿੱਥੇ ਆ ਜੂਗੀ? 6.4। ਕਿਹੜੇ ਸਾਲ ਦੇ ਵਿੱਚ ਆ ਗਈ ਸੀਗੀ? 2022 ਤੇ 23 ਦੇ ਵਿੱਚ। ਹੁਣ ਘਟ ਕੇ ਕਿੰਨੀ ਹੋ ਜੂਗੀ? 6.0 ਹੋ ਜੂਗੀ। ਜਿਹੜਾ ਹੁਣ 23ਵਾਂ ਅਗਲਾ ਸਾਲ ਆਊਗਾ ਨਾ, 23rd ਆਊਗਾ, ਉਹਦੇ ਵਿੱਚ ਘਟ ਜੂਗੀ ਹੋਰ। ਤਾਂ ਕਿੰਨੀ ਰਹਿ ਜੂਗੀ? 6.0 ਰਹਿ ਜੂਗੀ। ਤਾਂ ਨੈਕਸਟ ਚੱਲਦੇ ਹਾਂ ਜੀ ਗ੍ਰੋਸ ਡੋਮੈਸਟਿਕ ਪ੍ਰੋਡਕਟ। ਤਾਂ ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ ਜੀ ਆਪਾਂ। ਕਹਿੰਦਾ ਅੱਗੇ ਕੀ ਕਹਿੰਦਾ ਜੀ ਆਪਾਂ ਨੂੰ? ਕਹਿੰਦਾ ਵਿਚ ਨਿਊ ਫੈਸਿਲਿਟੀ ਹੈਜ਼ ਬੀਨ ਰੋਲਡ ਆਊਟ ਫॉर ਦਾ ਪੋਸਟ ਆਫਿਸ ਸੇਵਿੰਗ ਬੈਂਕ ਅਕਾਊਂਟ। ਤਾਂ ਰਾਜੇ ਦੋ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਗਈਆਂ, ਇੱਕ ਨੈਫਟ ਦੀ ਤੇ ਇੱਕ RTGS ਦੀ। ਨੈਫਟ ਤੇ RTGS ਕੀ ਹੁੰਦੀ ਆ? ਆਨਲਾਈਨ ਟ੍ਰਾਂਜੈਕਸ਼ਨਸ ਜਿਹੜੀਆਂ ਆਪਾਂ ਕਰਦੇ ਆ, ਇਹਦੀ ਫੁੱਲ ਫਾਰਮ ਯਾਦ ਰੱਖਣੀ ਆ, ਐਂਡ ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਜਿਹਨੂੰ ਆਪਾਂ ਨੈਫਟ ਕਹਿ ਦਿੰਦੇ ਆ, ਤੇ ਰੀਅਲ ਟਾਈਮ ਗ੍ਰੋਸ ਸੈਟਲਮੈਂਟ ਜਿਹਨੂੰ ਕਹਿ ਦਿੰਦੇ ਆ RTGS। ਹੁਣ ਦੋਵਾਂ 'ਚ ਫਰਕ ਕੀ ਹੈ? ਦੋਨੇ ਆਪਾਂ ਕੀ ਆ? ਆਨਲਾਈਨ ਪੇਮੈਂਟ ਕਰਦੇ ਆ, ਬਟ ਜਿਹੜੀ ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਹੁੰਦੀ ਹੈ ਨੈਫਟ, ਉਹਦੇ ਵਿੱਚ ਨਾ ਤਾਂ ਕੋਈ ਮੈਕਸਿਮਮ ਵੈਲਿਊ ਹੁੰਦੀ ਹੈ ਨਾ ਮਿਨੀਮਮ। ਆਪਾਂ ਕਿੰਨੀ ਘੱਟੋ ਘੱਟ ਅਮਾਊਂਟ ਤੇ ਵੱਧ ਤੋਂ ਵੱਧ ਜਿੰਨੀ ਮਰਜ਼ੀ ਅਮਾਊਂਟ ਕੀ ਕਰ ਸਕਦੇ ਆ? ਟ੍ਰਾਂਸਫਰ ਕਰ ਸਕਦੇ ਆ ਇੱਕ ਅਕਾਊਂਟ ਤੋਂ ਦੂਜੇ ਅਕਾਊਂਟ ਦੇ ਵਿੱਚ। ਪਰ ਇਹ ਆਪਾਂ ਕੀ ਆ? ਇਹਨੂੰ ਟ੍ਰਾਂਸਫਰ ਕਰਨ ਵਿੱਚ ਜਾਂ ਕ੍ਰੈਡਿਟ ਹੋਣ ਦੇ ਵਿੱਚ 2 ਤੋਂ ਲੈ ਕੇ 4 ਘੰਟੇ ਲੱਗ ਸਕਦੇ ਆ।
ਬਟ ਜੇ ਮੈਂ ਗੱਲ ਕਰਾਂ ਮੈਂ ਇਮੀਡੀਏਟਲੀ ਨਾਲ ਦੀ ਨਾਲ ਕਰਨੀ ਆ ਤਾਂ ਉਹਦੇ ਵਿੱਚ ਰੀਅਲ ਟਾਈਮ ਆਪਾਂ ਆਰਟੀਜੀਐਸ ਕਰਾਉਣੇ ਆ, ਜਿਹਦੇ ਵਿੱਚ ਘੱਟੋ ਘੱਟ ਆਪਾਂ 2 ਲੱਖ ਰੁਪਈਆ ਜਾਂ ਇਸ ਤੋਂ ਵੱਧ ਕਰਾ ਸਕਦੇ ਆ, ਘੱਟੋ ਘੱਟ 2 ਲੱਖ ਹੋਣਾ ਜ਼ਰੂਰੀ ਹੈ। ਤਾਂ ਰੀਅਲ ਟਾਈਮ ਦਾ ਮਤਲਬ ਇਹੀ ਹੁੰਦਾ ਕਿ ਨਾਲ ਦੀ ਨਾਲ, ਠੀਕ ਹੈ, ਜਿਵੇਂ ਮੈਂ ਮਤਲਬ ਕਿ ਹੁਣ ਪੈਸੇ ਪਾਏ ਤੇ ਨਾਲ ਦੀ ਨਾਲ ਤੁਹਾਨੂੰ ਮਿਲ ਗਏ, ਠੀਕ ਹੈ ਜੀ। ਜਿਵੇਂ ਆਪਾਂ ਗੂਗਲ ਪੇ ਕਰਦੇ ਆ, ਫੋਨ ਪੇ ਕਰਦੇ ਆ, ਆਪਾਂ ਨੂੰ ਜਿਵੇਂ ਜਿਵੇਂ ਪਾਉਣੇ ਆ ਨਾਲ ਦੀ ਨਾਲ ਆਪਾਂ ਨੂੰ ਮਿਲ ਜਾਂਦੇ ਆ। ਤਾਂ ਇਹ ਪਹਿਲੀ ਵਾਰੀ ਫੈਸਿਲਿਟੀ ਪ੍ਰੋਵਾਈਡ ਕੀਤੀ ਗਈ ਆ ਪੋਸਟ ਆਫਿਸ ਦੇ ਜਿਹੜੇ ਸੇਵਿੰਗ ਅਕਾਊਂਟ ਨੇ ਰਾਜੇ, ਜਿਹੜੇ ਸੇਵਿੰਗ ਅਕਾਊਂਟ ਹੋਲਡਰ ਹੁੰਦੇ ਨੇ ਉਹਨਾਂ ਨੂੰ ਮਿਲੀ ਹੈ। ਤਾਂ ਨੈਫਟ ਐਂਡ ਆਰਟੀਜੀਐਸ ਤੇ ਇਹਦੀ ਫੁੱਲ ਫਾਰਮ ਵੀ ਯਾਦ ਰੱਖਣੀ ਹੈ। ਅੱਗੇ ਕਹਿੰਦੇ ਆ ਜੀ ਐਜ਼ ਪਰ ਦਾ ਰੀਸੈਂਟ ਰਿਪੋਰਟ ਵਿਚ ਕੰਟਰੀ ਰਿਕਾਰਡਡ ਦਾ ਮੈਕਸਿਮਮ ਨੰਬਰ ਆਫ ਦਾ 에ਅਰ ਪੋਲਿਊਸ਼ਨ ਰਿਲੇਟਡ ਡੈਥ। ਤਾਂ ਭਾਈ ਇਹ ਆਪਣਾ ਹੈਗਾ ਭਾਰਤ ਦੇਸ਼ ਮਹਾਨ, ਜਿੱਥੇ ਕਿ ਜਿਹੜੀ ਆਪਣੀ ਹਵਾ ਪਾਣੀ ਆ ਉਹ ਖਰਾਬ ਹੋ ਚੁੱਕਿਆ ਹੈ ਬਹੁਤ ਜ਼ਿਆਦਾ, ਤੇ ਜਿਹਦੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਹਵਾ ਪ੍ਰਦੂਸ਼ਣ ਦੇ ਨਾਲ, ਤਾਂ ਇੰਡੀਆ ਹੈ ਜੀ, ਇੰਡੀਆ। ਅੱਗੇ ਗੱਲ ਕਰਦੇ ਆ ਜੀ ਜਿਹੜੇ ਹਸਨ ਸ਼ੇਖ ਮੁਹੰਮਦ ਹੈ, ਕਹਿੰਦਾ ਹੈਜ਼ ਬੀਨ ਸਿਲੈਕਟਡ ਐਜ਼ ਦਾ ਨੈਕਸਟ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ। ਤਾਂ ਇਹ ਹੈਗਾ ਜੀ ਸਮੋਲੀਆ ਦੇ ਬਣੇ ਨੇ ਅਗਲੇ ਰਾਸ਼ਟਰਪਤੀ। ਅੱਗੇ ਗੱਲ ਕਰੀਏ ਜੀ ਆਪਾਂ ਇਹਦੀ ਗੱਲ ਕਰੀਏ ਰਾਜੇ, ਜਿਹੜੇ ਆਪਣਾ ਸਮੋਲੀਆ ਹੈਗਾ, ਸਮੋਲੀਆ ਦੀ ਰਾਜਧਾਨੀ ਹੈਗੀ ਆ ਮੋਗਾਦਿਸ਼ੂ, ਠੀਕ ਹੈ ਜੀ। ਇਹਨਾਂ ਦੀ ਮੁਦਰਾ ਹੈਗੀ ਆ ਜਾਂ ਮਤਲਬ ਕਰੰਸੀ ਜਿਹਨੂੰ ਆਪਾਂ ਕਹਿ ਦਿੰਦੇ ਆ ਹੈਗੀ ਆ ਜੀ ਸੋਮਾਲੀ ਸੀਲਿੰਗ। ਤੇ ਪ੍ਰਧਾਨ ਮੰਤਰੀ ਕੌਣ ਨੇ ਜੀ? ਮੁਹੰਮਦ ਹੁਸੈਨ ਰੋਬਲ। ਤਾਂ ਇੰਗਲਿਸ਼ ਦੇ ਵਿੱਚ ਪੜ੍ਹ ਲਿਓ, ਇੰਗਲਿਸ਼ ਵਿੱਚ ਪੜ੍ਹਨਾ ਤੇ ਪੰਜਾਬੀ ਚ ਪੜ੍ਹਨਾ ਪੰਜਾਬੀ ਚ ਪੜ੍ਹ ਲਿਓ। ਅੱਗੇ ਗੱਲ ਕਰੀਏ ਜੀ ਆਪਾਂ, ਦੇਖੋ ਉਹੀ ਨਿਊਜ਼ ਫੇਰ ਆ ਗਈ ਇੱਥੇ ਤੁਹਾਡੇ ਕੋਲੇ, ਰਾਮਗੜ੍ਹ ਵਿਸ਼ਾਧਾਰੀ ਸੈਂਚੁਰੀ ਜਿਸ ਨੂੰ ਟਾਈਗਰ ਰਿਜ਼ਰਵ ਵਜੋਂ ਵੀ ਅਧਿਸੂਚਿਤ ਕੀਤਾ ਗਿਆ, ਠੀਕ ਹੈ। ਤੁਹਾਨੂੰ ਮੈਂ ਦੱਸਿਆ ਨਾ ਹੁਣੇ ਟਾਈਗਰ ਰਿਜ਼ਰਵ ਬਣਿਆ। ਤਾਂ ਰਾਜੇ ਉਹ ਕਿਹੜੀ ਹੈਗੀ ਹੈ ਤੁਹਾਡੀ? ਤਾਂ ਕਿਹੜੀ ਸਟੇਟ ਨੇ ਕੀਤੀ ਹੈ ਜੀ? ਤੁਹਾਨੂੰ ਦੱਸਿਆ ਜੀ ਮੈਂ, ਰਾਜਸਥਾਨ ਨੇ ਕੀਤੀ ਹੈ। ਤਾਂ ਕੀ ਹੈ ਜੀ ਰਾਈਟ ਆਂਸਰ, ਕੀ ਬਣ ਜੂਗਾ? ਰਾਜਸਥਾਨ। ਅੱਗੇ ਕਹਿੰਦੇ ਆ ਜੀ ਅੱਛਾ ਰਾਜਸਥਾਨ ਦੇ ਵਿੱਚ ਕਿੰਨਵੀਂ ਬਣ ਗਈ ਹੈ? 4th ਬਣ ਗਈ ਹੈ, ਠੀਕ ਹੈ। ਤਾਂ ਕਹਿੰਦੇ ਜੀ ਵੀ ਆਰ ਨਹੀਂ ਬਟ ਆਰ ਸੂਰਤ ਐਂਡ ਉਦੇਗਰੀ, ਠੀਕ ਹੈ। ਇਹ ਦੋ ਰੀਸੈਂਟਲੀ ਲਾਂਚ ਕੀਤੇ ਆਪਣੇ ਡਿਫੈਂਸ ਮਿਨਿਸਟਰ ਰਾਜਨਾਥ ਨੇ। ਇਹ ਹੈਗੇ ਨੇ ਰਾਜੇ INS। INS ਕੀ ਹੁੰਦਾ ਰਾਜੇ ਤੁਹਾਡਾ? ਇੰਡੀਅਨ ਨੇਵੀ ਸ਼ਿਪ ਕਿਹਨੂੰ ਕਹਿ ਦਿੰਦੇ ਆ? ਇੰਡੀਅਨ ਨੇਵੀ ਸ਼ਿਪ। ਇਹ INS ਸੂਰਤ ਤੇ INS ਉਦੇਗਿਰੀ ਇਹ ਲਾਂਚ ਕੀਤੇ ਨੇ ਰਾਜੇ। ਇਹ ਬੇਸਿਕਲੀ ਕੀ ਨੇ? ਵਾਰਸ਼ਿਪ ਨੇ, ਨੇਵੀ ਦੇ ਵਾਰਸ਼ਿਪ ਨੇ। ਤੁਹਾਨੂੰ ਮੈਂ ਦਿਖਾ ਦਿੰਦਾ, ਆ ਹੈਗਾ ਜੀ ਉਦੇਗਿਰੀ ਤੇ ਹੈਗਾ ਜੀ ਸੂਰਤ। ਤੇ ਇਹ ਦੋਨੇ ਕੀ ਬਣੇ ਨੇ? ਮੇਡ ਇਨ ਇੰਡੀਆ, ਇੰਡੀਆ ਦੇ ਵਿੱਚ ਬਣਾਏ ਗਏ ਭਾਈ, ਮੇਡ ਇਨ ਇੰਡੀਆ, ਠੀਕ ਹੈ। ਸਵਦੇਸ਼ੀ ਜਿਹਨੂੰ ਆਪਾਂ ਕਹਿ ਦਿੰਦੇ ਆ। ਤਾਂ ਕਹਿੰਦਾ ਜੀ ਰੱਖਿਆ ਮੰਤਰੀ ਜਿਹੜੇ ਰਾਜਨਾਥ ਸਿੰਘ ਨੇ, ਕਹਿੰਦਾ ਮੁੰਬਈ ਦੇ ਜਿਹੜੇ ਮਾਜਗਨ ਡਾਕਸ ਤੇ ਭਾਰਤ ਦੇ ਬਣੇ 2 ਜੰਗੀ ਬੇੜੇ INS ਸੂਰਤ ਤੇ ਉਦੇਗਿਰੀ ਨੂੰ ਲਾਂਚ ਕੀਤਾ ਰਾਜੇ। ਇਹ ਪਹਿਲੀ ਵਾਰੀ ਹੋਇਆ। ਦੇਖੋ ਜਦੋਂ ਕੋਈ ਚੀਜ਼ ਪਹਿਲੀ ਵਾਰ ਬਣਦੀ ਆ ਤਾਂ ਉਹ ਨਿਊਜ਼ ਜ਼ਰੂਰ ਪੁੱਛੀ ਜਾਂਦੀ ਹੈ। ਕਹਿੰਦੇ ਜੀ ਇਹ ਪਹਿਲੀ ਵਾਰੀ ਹੋਇਆ ਜਦੋਂ ਆਪਣੇ ਸਵਦੇਸ਼ੀ ਤੌਰ ਤੇ, ਸਵਦੇਸ਼ੀ ਮਤਲਬ ਮੇਡ ਇਨ ਇੰਡੀਆ ਦੇ ਵਿੱਚ ਬਣੇ ਆ ਜਿਹੜੇ ਲਾਂਚ ਕੀਤੇ ਆਪਾਂ, ਠੀਕ ਹੈ ਜੀ। ਦੋਨੇ ਜਿਹੜੇ ਕੀ ਨੇ? ਜੰਗੀ ਜਹਾਜ਼ ਨੇ, ਜੰਗੀ ਸ਼ਿਪ ਨੇ, ਠੀਕ ਹੈ ਜੀ। ਤਾਂ ਕਹਿੰਦਾ ਜੀ ਇਹ ਕਹਿੰਦਾ ਦੋਵੇਂ ਜੰਗੀ ਬੇੜੇ ਕਹਿੰਦਾ ਡਾਇਰੈਕਟੋਰੇਟ ਆਫ ਦਾ ਨੇਵਲ ਡਿਜ਼ਾਈਨ DND ਜਿਹਨੂੰ ਕਹਿ ਦਿੰਦੇ ਆ ਡਾਇਰੈਕਟੋਰੇਟ ਆਫ ਦਾ ਨੇਵਲ ਡਿਜ਼ਾਈਨ ਦੁਆਰਾ ਬਣਾਏ ਗਏ ਆ। ਤੇ ਨਾਲ ਕੰਪਨੀ ਕੋਲ ਆ ਜੀ MDL ਮੁੰਬਈ ਵਿਖੇ ਬਣਾਏ ਗਏ ਆ। ਅੱਗੇ ਗੱਲ ਕਰੀਏ ਜੀ, ਕਹਿੰਦਾ ਵਿਚ ਵਾਸ ਦਾ ਟੌਪ ਰੈਸੀਪੈਂਟ ਕੰਟਰੀ ਫॉर ਦਾ ਰੈਮਿਟਿਸ ਇਨ 2021। ਹੁਣ ਇਹ ਪੰਜਾਬੀ ਦੇ ਵਿੱਚ ਕੁਐਸਚਨ ਪੜ੍ਹ ਲਓ, ਤੁਹਾਨੂੰ ਸਮਝ ਹੀ ਨਹੀਂ ਆਊਗਾ। ਕਹਿੰਦੇ ਜੀ 2021 ਵਿੱਚ ਪੈਸੇ ਭੇਜਣ ਲਈ ਸਭ ਤੋਂ ਵੱਧ ਪ੍ਰਾਪਤ ਕਰਨ ਵਾਲਾ ਦੇਸ਼, ਭੇਜਣ ਵਾਲਾ ਤੇ ਪ੍ਰਾਪਤ ਕਰਨ ਵਾਲਾ। ਹੁਣ ਤੁਹਾਨੂੰ ਮੈਂ ਦੱਸਦਾ ਇਹ ਕਹਾਣੀ ਕੀ ਹੈ। ਇਹ ਕਹਾਣੀ ਇਹ ਐਵੇਂ ਆ ਵੀ ਰੈਮਟੀਜ਼ ਕੀ ਹੁੰਦਾ? ਰੈਮਟੀਜ਼ ਹੁੰਦਾ ਵੀ ਮੰਨ ਲਓ ਕੋਈ ਬੰਦਾ ਇੰਡੀਆ ਦਾ ਜੰਪਲ ਹੈ, ਇੰਡੀਆ ਦਾ ਜੰਪਲ ਹੈ, ਮੰਨ ਲਓ ਉਹ ਇੰਡੀਆ ਦਾ ਜੰਪਲ ਹੈ ਬੰਦਾ, ਤਾਂ ਇੰਡੀਆ ਦੇ ਕਿੱਥੇ ਚਲਾ ਗਿਆ? ਕੈਨੇਡਾ ਚਲਾ ਗਿਆ। ਕੈਨੇਡਾ ਜਾ ਕੇ ਉਹਨੇ ਕੀ ਕੀਤਾ ਭਾਈ? ਬਹੁਤ ਪੈਸੇ ਪੂਸੇ ਕਮਾਏ, ਡਾਲਰ ਵਗੈਰਾ ਇਕੱਠੇ ਕੀਤੇ, ਪੈਸੇ ਪੂਸੇ ਕਮਾ ਕੇ ਫਿਰ ਕੀ ਆ ਗਿਆ? ਇੰਡੀਆ ਆ ਗਿਆ ਤੇ ਇੱਥੇ 2-4 ਮਹੀਨੇ ਲਾ ਗਿਆ, ਰਹਿਣ ਲੱਗ ਗਿਆ। ਮਤਲਬ ਕਿ ਪੈਸਾ ਕਮਾ ਕੇ ਕਿੱਥੋਂ ਲੈ ਕੇ ਆਇਆ? ਬਾਹਰੋਂ, ਤੇ ਲੈ ਕੇ ਕਿੱਥੇ ਆ ਰਿਹਾ? ਇੰਡੀਆ ਦੇ ਵਿੱਚ। ਤਾਂ ਰੈਮਟੀਜ਼ ਦਾ ਮਤਲਬ ਇਹ ਹੁੰਦਾ ਹੈ। ਤਾਂ ਰੀਸੈਂਟਲੀ ਜਿਹੜੀ ਇੰਡੀਆ ਹੈਗੀ ਰਾਜੇ, ਇੰਡੀਆ ਦੇ ਵਿੱਚ ਸਭ ਤੋਂ ਵੱਧ ਪੈਸਾ ਆਇਆ ਬਾਹਰੋਂ, ਠੀਕ ਹੈ। ਤਾਂ ਇੰਟਰਸਟਿੰਗ ਫੈਕਟ ਕੀ ਹੈ ਕਿ ਜਦੋਂ 2020 ਦੇ ਵਿੱਚ ਜਾਂ 19 ਦੇ ਵਿੱਚ ਕਰੋਨਾ ਆਇਆ ਸੀਗਾ, ਤਾਂ ਉਦੋਂ ਕਹਿੰਦੇ ਸੀਗੇ ਵੀ ਨਹੀਂ, ਹਾਂ ਇੰਨਾ ਪੈਸਾ ਨਹੀਂ ਆ ਸਕਦਾ, ਲੇਕਿਨ ਉਸ ਟਾਈਮ ਤੋਂ ਬਾਅਦ 87 ਬਿਲੀਅਨ ਕੁਛ ਡਾਲਰ ਆਇਆ, ਠੀਕ ਹੈ। ਇਹ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਹੈਗਾ ਦਿਮਾਗ ਦੇ ਵਿੱਚ, ਬਟ ਸਭ ਤੋਂ ਵੱਧ ਪ੍ਰਾਪਤ ਕਰਨ ਵਾਲਾ ਦੇਸ਼ ਕਿਹੜਾ ਬਣ ਗਿਆ? ਇੰਡੀਆ। ਬਸ ਇੰਨਾ ਕੁ ਯਾਦ ਰੱਖ ਲਿਓ। ਆਪਾਂ ਕਿਹੜਾ ਕੋਈ IAS ਦੀ ਤਿਆਰੀ ਕਰ ਰਹੇ ਹਾਂ, IAS ਦੇ ਵਿੱਚ ਥੋੜੀ ਡਿਟੇਲ 'ਚ ਪੁੱਛ ਲੈਂਦੇ ਆ, ਬਟ ਪੰਜਾਬ ਦੇ ਐਗਜ਼ਾਮ ਦੇ ਵਿੱਚ ਇੰਨਾ ਡਿਟੇਲ 'ਚ ਨਹੀਂ ਪੁੱਛਣਗੇ, ਡਾਇਰੈਕਟਲੀ ਸਟੈਟਿਕ ਫੈਕਟ ਪੁੱਛਣਗੇ। ਬਾਕੀ ਮੈਂ ਅਗਲੀ ਵੀਡੀਓ 'ਚ ਦੱਸ ਵੀ ਦਊਂਗਾ, ਕਿਸੇ ਨਾ ਕਿਸੇ ਕਰੰਟ ਅਫੇਅਰ 'ਚ ਕਰਾ ਦੂੰਗਾ। ਕਹਿੰਦੇ ਜੀ ਇਨ ਵਿਚ ਵੈਨਿਊ ਆਫ ਦਾ ਫਸਟ ਇਨਕ੍ਰੈਡੀਬਲ ਇੰਡੀਅਨ ਇੰਟਰਨੈਸ਼ਨਲ ਕਰੂਜ਼ ਕਾਨਫਰੰਸ ਹੋਣ ਜਾ ਰਹੀ ਹੈ ਜੀ ਰਾਜੇ। ਕਿੱਥੇ ਹੋਣ ਜਾ ਰਹੀ ਹੈ? ਤਾਂ ਜਿਹੜੀ ਇਹ ਕਰੂਜ਼ ਕਾਨਫਰੰਸ ਹੈ ਤਾਂ ਇਹ ਹੋਣ ਜਾ ਰਹੀ ਹੈ ਰਾਜੇ ਤੁਹਾਡੇ ਮੁੰਬਈ ਸ਼ਹਿਰ ਦੇ ਵਿੱਚ, ਕਿਉਂਕਿ ਉੱਥੇ ਹੈ ਤੁਹਾਡਾ, ਠੀਕ ਹੈ, ਜਿਹੜੀ ਉਹ ਬੀਚ ਵਗੈਰਾ। ਤਾਂ ਕਹਿੰਦੇ ਜੀ ਯੂਨੀਅਨ ਟੂਰਿਜ਼ਮ ਮਿਨਿਸਟਰ ਕੌਣ ਨੇ? ਕ੍ਰਿਸ਼ਨ ਰੈਡੀ। ਉਹਨਾਂ ਨੇ ਇਨੋਗ੍ਰੇਟਡ ਕੀਤੀ ਹੈ ਫਸਟ ਇਨਕ੍ਰੈਡੀਬਲ ਇੰਡੀਅਨ ਇੰਟਰਨੈਸ਼ਨਲ ਕਰੂਜ਼ ਕਾਨਫਰੰਸ ਕੀਤੀ ਹੈ ਮੁੰਬਈ ਦੇ ਵਿੱਚ। ਪਹਿਲੀ ਹੈ ਸਿਰਫ ਕਿ ਇੰਪੋਰਟੈਂਟ ਬਣਦੀ ਹੈ। ਅੱਗੇ ਗੱਲ ਕਰਦੇ ਹਾਂ ਜੀ ਚਟਗਾਮ ਬੰਦਰਗਾਹ, ਠੀਕ ਹੈ। ਚਿਤਗਾਂਵ ਪੋਰਟ ਜਿਹੜਾ ਹੈਗਾ ਰਾਜੇ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ ਕਾਫੀ, ਠੀਕ ਹੈ, ਕਿਉਂਕਿ ਜਿਹੜੇ ਆਪਣੇ ਜਿਹੜੇ ਇੰਡੀਆ ਦੇ ਜਿਹੜੇ ਮਿਨਿਸਟਰ ਹੈਗੇ ਆ ਇਹ ਇੱਥੇ ਗਏ ਸੀਗੇ ਪ੍ਰੈਜ਼ੀਡੈਂਟ ਕੋਲੇ, ਠੀਕ ਹੈ ਜੀ। ਇਹ ਪ੍ਰੈਜ਼ੀਡੈਂਟ ਕਿਹੜੇ ਨੇ? ਬੰਗਲਾਦੇਸ਼ ਦੇ।
ਬੰਗਲਾਦੇਸ਼ ਦੀ ਪ੍ਰੈਜ਼ੀਡੈਂਟ ਹੈ ਇਹ ਲੇਡੀ, ਠੀਕ ਹੈ ਜੀ। ਤਾਂ ਇਹ ਬੰਗਲਾਦੇਸ਼ ਨੇ ਕਿਹਾ ਵੀ ਹੁਣ ਤੁਸੀਂ ਇਹ ਜਿਹੜੀ ਬੰਦਰਗਾਹ ਹੈਗੀ ਹੈ ਇੰਡੀਆ ਨੂੰ ਕਹਿਤਾ ਵੀ ਤੁਸੀਂ ਇਹਨੂੰ ਵਰਤ ਸਕਦੇ ਹੋ, ਠੀਕ ਹੈ। ਤਾਂ ਤੁਸੀਂ ਇੱਥੇ ਆਪਣਾ ਕੀ ਹੈ ਵਪਾਰ ਕਰ ਸਕਦੇ ਹੋ। ਤਾਂ ਬੰਗਲਾਦੇਸ਼ ਹੈ ਰਾਜੇ, ਤੁਹਾਨੂੰ ਪੁੱਛਿਆ ਕੀ ਜਾਊਗਾ ਜਿਹੜੀ ਚਟਗਾਂਵ ਬੰਦਰਗਾਹ ਹੈਗੀ ਹੈ ਉਹ ਕਿੱਥੇ ਹੈਗੀ ਹੈ ਰਾਜੇ, ਉਹ ਬੰਗਲਾਦੇਸ਼ ਦੇ ਵਿੱਚ ਹੈ, ਇਹ ਯਾਦ ਰੱਖਣਾ ਤੁਸੀਂ। ਤਾਂ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਜਿਹੜੀ ਇਹ ਬੰਦਰਗਾਹ ਹੈਗੀ ਹੈ ਰਾਜੇ, ਕਹਿੰਦਾ ਵਨ ਆਫ ਦਾ ਇੰਪੋਰਟੈਂਟ ਸੀ ਪੋਰਟ ਆਫ ਦਾ ਬੰਗਲਾਦੇਸ਼। ਤਾਂ ਬੰਗਲਾਦੇਸ਼ ਦੀ ਮੇਨ ਬੰਦਰਗਾਹ ਹੈਗੀ ਹੈ। ਤੇ ਬੰਗਲਾਦੇਸ਼ ਦੀ ਜਿਹੜੀ ਪ੍ਰਾਈਮ ਮਿਨਿਸਟਰ ਹੈਗੀ ਹੈ, ਠੀਕ ਹੈ ਜੀ, ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਉਹਨਾਂ ਨੇ ਆਫਰ ਕੀਤਾ ਇੰਡੀਆ ਨੂੰ ਕੀ ਗਾ ਭਾਈ ਤੁਸੀਂ ਇਹ ਆਪਣਾ ਵਰਤ ਸਕਦੇ ਹੋ। ਜਿਹੜੇ ਆਪਣੇ ਐਕਸਟਰਨਲ ਮਿਨਿਸਟਰ ਹੈਗੇ ਆ ਜੈ ਸ਼ੰਕਰ ਜੀ ਨੂੰ ਕਹਿਤਾ ਵੀ ਢਾਕਾ ਦੇ ਵਿੱਚ ਮੀਟਿੰਗ ਹੋਈ ਸੀਗੀ ਵੀ ਤੁਸੀਂ ਇਹਨੂੰ ਆਪਣਾ ਵਰਤ ਲਓ। ਇਹ ਤਾਂ ਕਿਹਾ ਵੀ ਆਪਣੀ ਕਲੋਜ਼ ਹੋਣ ਵਾਸਤੇ। ਤੁਹਾਨੂੰ ਪਤਾ ਜਿਹੜੀ ਬੰਗਲਾਦੇਸ਼ ਦੇ ਵਿੱਚ ਕੀ ਚੱਲ ਰਿਹਾ, ਥੋੜਾ ਜਿਹਾ ਬੰਗਲਾਦੇਸ਼ ਤੇ ਵਿਚਾਰਾ ਗਰੀਬ ਦੇਸ਼ ਹੈ ਤੇ ਆਪਣੇ ਨਾਲ ਮਿਲ ਕੇ ਕੀ ਕਰੂਗਾ, ਥੋੜਾ ਜਿਹਾ ਉੱਪਰ ਆਉਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਕਹਿਣ ਦਾ ਮਤਲਬ ਆਪਣੇ ਨਾਲ ਕੀ ਮਿਲਾ ਲਿਆ ਉਹਨਾਂ ਨੇ, ਹੱਥ ਮਿਲਾ ਲਿਆ ਤੇ ਆਪਣੀ ਕੋਈ ਚੀਜ਼ ਦੇਤੀ ਆਪਾਂ ਨੂੰ ਯੂਜ਼ ਕਰਨ ਵਾਸਤੇ। ਅੱਗੇ ਗੱਲ ਕਰਦੇ ਹਾਂ ਜੀ, ਵਿੱਚ ਟੈਨਿਸ ਪਲੇਅਰ ਕਹਿੰਦਾ ਵੋਨ ਦਾ ਇਟਾਲੀਅਨ ਓਪਨ 2022 ਵੂਮਨਸ ਸਿੰਗਲ ਟਾਈਟਲ। ਤਾਂ ਇਹ ਦੇਖੋ ਬਹੁਤ ਚੀਜ਼ਾਂ ਪੁੱਛੀਆਂ ਜਾਂਦੀਆਂ ਹੁੰਦੀਆਂ ਰਾਜੇ, ਇਹ ਕੁੜੀ ਕੌਣ ਹੈ, ਈਗਾ ਸਤੀਵੇਕ, ਠੀਕ ਹੈ ਜੀ, ਈਗਾ ਸਵੀਤੇਕ, ਠੀਕ ਹੈ ਜੀ, ਇਹਨਾਂ ਦਾ ਨਾਮ ਹੈਗਾ। ਤੇ ਇਹਨਾਂ ਨੇ ਜਿੱਤ ਲਿਆ ਜੀ ਇਟਾਲੀਅਨ ਓਪਨ 2022 ਵੂਮਨਸ ਸਿੰਗਲ ਟਾਈਟਲ। ਠੀਕ ਹੋ, ਇਹ ਚ ਸਿੰਗਲ ਡਬਲ ਦੋਨੇ ਹੁੰਦੇ ਰਾਜੇ, ਸਿੰਗਲ ਟਾਈਟਲ ਦਾ ਮਤਲਬ ਜਿੱਥੇ ਸਿੰਗਲ ਪਲੇਅਰ ਖੇਡਦਾ ਹੈ। ਅੱਗੇ ਕਹਿੰਦੇ ਆ ਜੀ ਵੈਨ ਇਜ਼ ਦਾ ਇੰਟਰਨੈਸ਼ਨਲ ਡੇ ਆਫ ਦਾ ਲਿਵਿੰਗ ਟੂਗੈਦਰ ਇਨ ਦਾ ਪੀਸ ਆਬਜ਼ਰਵਡ ਐਨੂਅਲੀ। ਤਾਂ ਧਰਤੀ ਤੇ ਇਕੱਠੇ ਰਲ ਮਿਲ ਕੇ ਰਹਿਣਾ, ਮਤਲਬ ਕਿ ਜਾਨਵਰ ਵੀ ਰਹਿਣਗੇ ਆਪਾਂ ਵੀ ਰਵਾਂਗੇ ਭਾਈ, ਹੁਣ ਤਾਂ ਇਨਸਾਨ ਦੇ ਨਾਲੋਂ ਜਾਨਵਰ ਜ਼ਿਆਦਾ ਸਿਆਣੇ ਨੇ। ਤਾਂ ਇਹ ਹੈਗਾ ਜੀ 16 ਮਈ ਨੂੰ ਹੁੰਦਾ ਜੀ, 16 ਮਈ ਨੂੰ ਰਾਈਟ ਆਨਸਰ ਇਹ ਮਨਾਇਆ ਜਾਂਦਾ ਹੈ ਸ਼ਾਂਤੀ ਨਾਲ ਇਕੱਠੇ ਰਹਿਣ ਦਾ ਅੰਤਰਰਾਸ਼ਟਰੀ ਦਿਵਸ। ਤਾਂ ਅੱਗੇ ਗੱਲ ਕਰੀਏ ਜੀ, ਕਹਿੰਦਾ ਵਿਚ ਇੰਸਟੀਟਿਊਸ਼ਨ ਲਾਂਚ ਦਾ ਨੈਸ਼ਨਲ ਡਾਟਾ ਐਂਡ ਐਨਾਲਿਟਿਕਸ ਪਲੇਟਫਾਰਮ NDAP। ਤਾਂ ਕਿਹੜੀ ਇਹ ਸੰਸਥਾ ਹੈਗੀ ਰਾਜੇ, ਤਾਂ ਇਹ ਹੈਗੀ ਹੈ ਜੀ ਨੀਤੀ ਆਯੋਗ, ਠੀਕ ਹੈ ਜੀ, ਨੀਤੀ ਆਯੋਗ। ਤੁਸੀਂ ਮੈਨੂੰ ਹੁਣ ਮੈਸੇਜ ਕੀ ਕਰਨਾ ਹੈ ਕਿ ਨੀਤੀ ਆਯੋਗ ਦਾ ਚੇਅਰਮੈਨ ਕੌਣ ਹੈ, ਇਹ ਤੁਸੀਂ ਮੈਨੂੰ ਕੀ ਕਰਨਾ ਕਮੈਂਟ ਬਾਕਸ ਦੇ ਵਿੱਚ ਕਰਨਾ। ਬਹੁਤ ਪੁੱਛਦੇ ਆ ਪੰਜਾਬ ਦੇ ਵਿੱਚ, ਤਾਂ ਬਹੁਤ ਵਾਰੀ ਪੁੱਛਿਆ ਜਾਂਦਾ ਹੈ। ਹੋਰ ਕੀ ਪੁੱਛਿਆ ਜਾਂਦਾ ਹੁੰਦਾ ਕਿ ਨੀਤੀ ਆਯੋਗ ਦੀ ਫੁੱਲ ਫਾਰਮ ਕੀ ਹੈ ਰਾਜੇ, ਨੈਸ਼ਨਲ ਇੰਸਟੀਟਿਊਸ਼ਨ ਫॉर ਦਾ ਟਰਾਂਸਫਾਰਮਿੰਗ ਇੰਡੀਆ। ਤਾਂ ਇੱਥੇ ਇੰਸਟੀਟਿਊਸ਼ਨ ਦੀ ਜਗ੍ਹਾ ਤੇ ਕਈ ਵਾਰੀ ਇੰਸਟੀਚਿਊਟ ਜਾਂ ਕੁਝ ਹੋਰ ਲਿਖ ਦਿੰਦੇ ਆ, ਲੇਕਿਨ ਇੰਸਟੀਟਿਊਸ਼ਨ ਹੈ, ਠੀਕ ਹੈ, ਯਾਦ ਰੱਖ ਲਿਓ। ਤਾਂ ਇਹਦੀ ਫੁੱਲ ਫਾਰਮ ਹੈ ਤੇ ਨੈਸ਼ਨਲ ਡਾਟਾ ਐਂਡ ਐਨਾਲਿਟਿਕਸ ਪਲੇਟਫਾਰਮ ਜਿਹਨੂੰ ਆਪਾਂ ਕਹਿੰਦੇ ਹਾਂ NDAP, ਉਹਨਾਂ ਨੇ ਲਾਂਚ ਕੀਤਾ ਰਾਜੇ ਇਹ, ਠੀਕ ਹੈ। ਤੇ ਨੀਤੀ ਆਯੋਗ ਨੇ ਕੀਤਾ ਨਾਲ ਮਿਲ ਕੇ। ਤਾਂ ਜੇ ਮੈਂ ਗੱਲ ਕਰਾਂ ਰਾਜੇ ਇਹਦੇ CEO ਦੀ ਗੱਲ ਕਰਾਂ ਤਾਂ ਇਹ ਹੈਗੇ ਨੇ ਅਮਿਤਾਭ ਕੈਂਥ। ਤੇ ਜੇ ਮੈਂ ਵਾਈਸ ਚੇਅਰਮੈਨ ਦੀ ਗੱਲ ਕਰਾਂ ਤਾਂ ਹੈਗੇ ਨੇ ਸੁਮਨ ਬੇਰੀ। ਤਾਂ ਤੁਸੀਂ ਚੇਅਰਮੈਨ ਦੱਸਣਾ ਮੈਨੂੰ ਕਮੈਂਟ ਬਾਕਸ ਦੇ ਵਿੱਚ। ਤਾਂ ਤੁਹਾਨੂੰ ਪਤਾ ਨਾ ਪਹਿਲਾਂ 5 ਈਅਰ ਪਲਾਨ ਚੱਲਦੇ ਹੁੰਦੇ ਸੀ, 5 ਈਅਰ ਪਲਾਨ, ਠੀਕ ਹੈ। ਤਾਂ ਉਸ ਤੋਂ ਬਾਅਦ 2000, ਠੀਕ ਹੈ, 15 ਤੋਂ ਬਾਅਦ ਕੀ ਹੋ ਗਿਆ ਸੀਗਾ, ਉਸ ਤੋਂ ਬਾਅਦ ਕੀ ਹੈ 5 ਈਅਰ ਪਲਾਨ ਨੂੰ ਚੇਂਜ ਕਰਕੇ ਇੱਕ ਨਵੀਂ ਮਤਲਬ ਕਿ ਬੋਡੀ ਲੈ ਕੇ ਆਏ ਸੀਗੇ ਨੀਤੀ ਆਯੋਗ, ਠੀਕ ਹੈ। ਤਾਂ ਉਸ ਤੋਂ ਬਾਅਦ ਬੰਦ ਹੋ ਗਏ ਸੀ 5 ਈਅਰ ਪਲਾਨ ਤੁਹਾਡੇ। ਤਾਂ ਅੱਗੇ ਕਹਿੰਦੇ ਆ ਜੀ ਵਾਟ ਇਜ਼ ਦਾ ਥੀਮ ਆਫ ਦਾ ਇੰਟਰਨੈਸ਼ਨਲ ਮਿਊਜ਼ੀਅਮ ਡੇ। ਤਾਂ ਮਿਊਜ਼ੀਅਮ ਡੇ ਦਾ ਥੀਮ ਕੀ ਹੈ ਰਾਜੇ ਤੁਹਾਡਾ, ਇਹ ਹੈਗਾ ਜੀ ਪਾਵਰ ਆਫ ਮਿਊਜ਼ੀਅਮ। ਪਾਵਰ ਆਫ ਮਿਊਜ਼ੀਅਮ ਮਨਾਇਆ ਕਦੋਂ ਜਾਂਦਾ, 18 ਮਈ ਨੂੰ, ਠੀਕ ਹੈ ਜੀ, 18 ਮਈ ਨੂੰ ਮਨਾਇਆ ਜਾਂਦਾ। ਤਾਂ ਪਾਵਰ ਆਫ ਮਿਊਜ਼ੀਅਮ ਕੀ ਇਹਦਾ ਥੀਮ ਸੀਗਾ ਇਸ ਸਾਲ ਦਾ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਸਾਇੰਟਿਸਟ ਹੈਵ ਡਿਸਕਵਰਡ ਦਾ ਫੋਸਿਲ ਆਫ ਦਾ ਮੈਡਸੋਇਡੇ ਸਨੇਕ ਇਨ ਵਿਚ ਸਟੇਟ। ਤਾਂ ਰਾਜੇ ਜਿਹੜੇ ਆ ਸੱਪ ਹੈਗਾ ਨਾ, ਜਿਹੜਾ ਇਹ ਸੱਪ ਇਹ ਅਲੋਪ ਹੋ ਗਈ ਇੱਕ ਪ੍ਰਜਾਤੀ ਹੈ ਸੱਪਾਂ ਦੀ। ਪਰ ਇਹਦੇ ਫਾਜ਼ਲ ਦਾ ਮਤਲਬ ਹੁੰਦਾ ਕਿ ਉਹਦੇ ਜਿਹੜੇ ਅਵਸ਼ੇਸ਼ ਹੁੰਦੇ ਆ, ਉਹ ਬਚੇ ਹੋਏ ਅਵਸ਼ੇਸ਼ ਮਿਲੇ ਆ, ਕਿੱਥੇ ਮਿਲੇ ਆ, ਲਦਾਖ ਹਿਮਾਲਿਆ ਦੇ ਵਿੱਚ ਮਿਲੇ ਆ ਰਾਜੇ। ਇਹ ਯਾਦ ਰੱਖ ਲੈਣਾ, ਇਹ ਬਹੁਤ ਇੰਪੋਰਟੈਂਟ ਹੈ। ਇਹ ਕਾਫੀ ਪੁਰਾਣੇ ਸੱਪ ਨੇ ਜਿਹੜੇ ਕਿ ਅਲੋਪ ਹੋ ਚੁੱਕੇ ਆ। ਤਾਂ ਇਹ ਇਹਦੇ ਵਿੱਚ ਕੀ ਹੁੰਦੇ ਸੀ, ਜਿਵੇਂ ਆ ਧਾਰੀਆਂ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਕੌਡੀਆਂ, ਤਾਂ ਇਹ ਧਾਰੀਆਂ ਜਿਹੀਆਂ ਹੁੰਦੀਆਂ ਸੀ ਇਹਨਾਂ ਵਿੱਚ। ਤੇ ਆਹ ਹੈਗੀ ਇਹਦੀ ਫੋਟੋ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਨਿਊਜ਼ ਹੈ, ਇਹ ਯਾਦ ਰੱਖ ਲਿਓ। ਤਾਂ ਲਦਾਖ ਹਿਮਾਲਿਆ ਦੇ ਵਿੱਚ ਮਿਲਿਆ। ਤਾਂ ਅੱਜ ਦਾ ਲਾਸਟ ਹੈਗਾ ਜੀ ਆਪਣੇ ਕੋਲੇ, ਕਹਿੰਦਾ ਟੋਮਾਟੋ ਫਲੂ ਫੈਲਿਆ ਹੋਇਆ, ਕਹਿੰਦਾ ਜੀ ਇਹ ਸੀਨ ਇਨ ਦਾ ਨਿਊਜ਼ ਰੀਸੈਂਟਲੀ। ਕਹਿੰਦਾ ਤਾਂ ਕਿਹੜੀ ਸਟੇਟ ਦੇ ਵਿੱਚ ਇਹਨੇ ਬਹੁਤ ਮਤਲਬ ਕਿ ਆਪਦਾ ਆਤੰਕ ਮਚਾ ਰੱਖਿਆ ਟੋਮਾਟੋ ਫਲੂ ਨੇ। ਟੋਮਾਟੋ ਫਲੂ ਹੈ ਬੇਸਿਕਲੀ ਹੁੰਦਾ ਕੀ ਹੈ, ਬੱਚਿਆਂ ਦੇ ਵਿੱਚ ਹੁੰਦਾ ਰਾਜੇ। ਜਿਵੇਂ ਆ ਟਮਾਟਰ ਵਾਂਗੂ ਨਾ ਬੱਚਿਆਂ ਦੇ ਵਿਚਾਰੇ ਦੇ ਮੂੰਹ, ਸਿਰ, ਲੱਤਾਂ, ਪੈਰਾਂ ਤੇ ਪੂਰੀ ਬੋਡੀ ਤੇ ਕੀ ਹੋ ਜਾਂਦੇ ਆ, ਰਸ਼ਿਸ ਹੋ ਜਾਂਦੇ ਆ, ਜਿਹਦੇ ਵਿੱਚ ਖਾਰਿਸ਼ ਹੁੰਦੀ ਹੈ ਬੱਚੇ ਨੂੰ ਬਹੁਤ ਜ਼ਿਆਦਾ, ਤੇ ਬੱਚਾ ਕੀ ਹੋ ਜਾਂਦਾ, ਬਿਮਾਰ ਹੋ ਜਾਂਦਾ ਹੈ। ਤਾਂ ਇਹ ਕਿਹੜੀ ਸਟੇਟ ਹੈ ਰਾਜੇ, ਤਾਂ ਇਹ ਹੈਗੀ ਆ ਜੀ ਆਪਣੀ ਸਟੇਟ ਕੇਰਲਾ। ਕੇਰਲਾ ਦੇ ਵਿੱਚ ਫੈਲਿਆ ਹੋਇਆ ਟੋਮਾਟੋ ਫਲੂ। ਤਾਂ ਆਈ ਹੋਪ ਤੁਹਾਨੂੰ ਸਾਰਾ ਕੁਝ ਪਸੰਦ ਆਇਆ ਹੋਊਗਾ ਰਾਜੇ। ਤਾਂ ਅੱਜ ਦੇ ਜਿਹੜੇ ਕਰੰਟ ਅਫੇਅਰ ਸੀਗੇ ਬਹੁਤ ਮਿਹਨਤ ਨਾਲ ਤਿਆਰ ਕੀਤੇ ਆ। ਦੇਖੋ ਦੇਖਣ ਨੂੰ ਐ ਲੱਗਦੀ ਹੈ ਕਿ ਅੱਧੇ ਘੰਟੇ ਦੀ ਕਲਾਸ ਹੈ, ਬਟ ਇਹਦੇ ਪਿੱਛੇ 6 ਤੋਂ ਲੈ ਕੇ 7 ਘੰਟੇ ਦੀ ਮਿਹਨਤ ਹੁੰਦੀ ਹੈ। ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਕਰ ਦਿਆ ਕਰੋ, ਕਿਉਂਕਿ ਨਿਊਜ਼ ਪਹਿਲਾਂ ਦੇਖਣੀ ਪੈਂਦੀ ਹੈ ਵੀ ਕਿਹੜੀ ਤੁਹਾਡੀ ਐਗਜ਼ਾਮ 'ਚ ਪੁੱਛੀ ਜਾ ਸਕਦੀ ਹੈ। ਫਿਰ ਉਹਦਾ ਡਾਟਾ ਇਕੱਠਾ ਕਰਨਾ ਪੈਂਦਾ, ਫਿਰ ਇਹ ਦੇਖਣਾ ਪੈਂਦਾ ਭਾਈ ਨਿਊਜ਼ ਠੀਕ ਹੈ ਕਿ ਗਲਤ ਹੈ, ਕਿਉਂਕਿ ਵੱਖਰੇ ਵੱਖਰੇ ਸੋਰਸਿਸ ਤੇ ਜਾ ਕੇ ਆਪਾਂ ਨੂੰ ਚੈੱਕ ਕਰਨਾ ਪੈਂਦਾ। ਤਾਂ ਕਹਿਣ ਦਾ ਭਾਵ ਕਾਫੀ ਮਿਹਨਤ ਲੱਗਦੀ ਹੈ। ਤਾਂ ਟਾਈਮ ਬਹੁਤ ਲੱਗਦਾ, ਇਸ ਕਰਕੇ ਬੇਟੇ ਡੇਲੀ ਦੀ ਵੀਡੀਓ ਨਹੀਂ ਆ ਰਹੀ, ਕਿਉਂਕਿ ਜੇ ਟਾਈਮ ਘੱਟ ਲੱਗਦਾ ਹੁੰਦਾ ਤਾਂ ਆਪਾਂ ਡੇਲੀ ਵੀਡੀਓ ਲੈ ਕੇ ਜ਼ਰੂਰ ਆਉਂਦੇ। ਤਾਂ ਇਸ ਕਰਕੇ ਆਪਾਂ ਹੁਣ ਹਫਤੇ ਦੇ ਵਿੱਚ 2 ਜਾਂ 3 ਵੀਡੀਓ ਲੈ ਕੇ ਆਇਆ ਕਰਾਂਗੇ। ਬਾਕੀ ਹੁਣ ਹੈਗਾ ਤੁਹਾਡਾ ਰਿਵੀਜ਼ਨ ਟਾਈਮ, ਤੇ ਤੁਸੀਂ ਆਪਣੇ ਦੇਖਣਾ ਕਿੰਨੇ ਆਨਸਰ ਠੀਕ ਹੈ, ਤੇ ਕਮੈਂਟ ਵੀ ਕਰਨਾ ਕਿ ਤੁਹਾਡੇ ਸਾਰੇ ਠੀਕ ਹੈ ਜਾਂ ਨਹੀਂ ਠੀਕ।
ਤਾਂ ਕਹਿੰਦੇ ਜੀ ਰੀਸੈਂਟਲੀ ਹੂ ਹੈਜ਼ ਵੋਨ ਦਾ ਬੰਗਾਲ ਲਿਟਰੇਚਰ ਅਵਾਰਡ। ਠੀਕ ਹੈ ਜੀ, ਤੁਹਾਨੂੰ ਮੈਂ ਦੱਸਿਆ ਸੀ ਉੱਥੇ ਰੌਲਾ ਪੈ ਗਿਆ ਸੀਗਾ, ਤਾਂ ਉੱਥੋਂ ਦੀ ਜਿਹੜੀ ਮੁੱਖ ਮੰਤਰੀ ਹੈ ਮਮਤਾ ਬੈਨਰਜੀ ਨੇ ਜਿੱਤਿਆ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਹੂ ਹੈਜ਼ ਬਿਕਮ ਫਸਟ ਇੰਡੀਅਨ ਟੂ ਸਿਕਿਉਰ ਦਾ ਪੋਡੀਅਮ ਫਿਨਿਸ਼ ਐਟ ਥਾਈਲੈਂਡ ਟੈਲੈਂਟ ਕੱਪ। ਤਾਂ ਛੋਟਾ ਜਿਹਾ ਮੁੰਡਾ ਜੀ 15 ਸਾਲ ਦਾ ਸਾਰਥਕ ਚਮਨ। ਠੀਕ ਹੈ ਜੀ, ਸਾਰਥਕ ਚਮਨ ਨੇ ਜਿੱਤਿਆ, ਪੁਣੇ ਦਾ ਮੁੰਡਾ ਇਹ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਕੰਟਰੀ ਕਨਫਰਮਡ ਇਟਸ ਫਸਟ ਐਵਰ ਕੇਸ ਆਫ ਦਾ ਕੋਵਿਡ-19 ਐਂਡ ਡਿਕਲੇਅਰ ਦਾ ਕਹਿੰਦਾ ਨੈਸ਼ਨਲ ਵਾਈਡ ਕੋਵਿਡ ਲੋਕਡਾਊਨ। ਤਾਂ ਆਪਣੇ ਹੈਗਾ ਜੀ ਇਹ ਨਾਰਥ ਕੋਰੀਆ ਵਾਲੇ ਜਿੱਥੇ ਚੱਲਦਾ ਜੀ ਧੱਕਾ। ਠੀਕ ਹੈ ਜੀ, ਉੱਥੇ ਅਸੰਤ ਵੀ ਮਨਾਈ ਹੈ, ਤੁਹਾਨੂੰ ਪਤਾ ਕਈ ਵਾਰੀ ਉਹ ਜਿਹੜੇ ਉੱਥੋਂ ਦਾ ਬੰਦਾ ਜਿਹੜਾ ਰਾਜ ਕਰ ਰਿਹਾ, ਮੈਂ ਨਾਮ ਭੁੱਲ ਗਿਆ, ਚੀਨ ਜੰਗ ਯੋਂਗ ਕਰਕੇ ਨਾਮ ਜਾਂ ਕੁਛ ਉਹਦਾ, ਤਾਂ ਉਹ ਆਪਦਾ ਹੀ ਰਾਜ ਚਲਾਉਂਦਾ, ਮਤਲਬ ਕਹਿਣ ਦਾ ਮਤਲਬ। ਅੱਗੇ ਗੱਲ ਕਰਦੇ ਹਾਂ ਜੀ, ਰੀਸੈਂਟਲੀ ਹੂ ਹੈਜ਼ ਬਿਕਮ ਦਾ ਨਿਊ ਪ੍ਰਾਈਮ ਮਿਨਿਸਟਰ ਆਫ ਸ਼੍ਰੀਲੰਕਾ। ਤਾਂ ਸ਼੍ਰੀਲੰਕਾ ਦੇ ਨਵੇਂ ਪ੍ਰਾਈਮ ਮਿਨਿਸਟਰ ਕਿਹੜੇ ਬਣ ਗਿਆ ਜੀ, ਰਾਨੇਲੇ ਵਿਕਰਮਸਿੰਘੇ। ਤਾਂ ਲਾਸਟ ਕੁਐਸਚਨ ਹੈ ਜੀ, ਕਹਿੰਦੇ ਰੀਸੈਂਟਲੀ ਕਹਿੰਦੇ ਜੀ ਖਲੀਫ ਬਿਨ ਜਾਇਦ ਅਲੀ ਨਾਹਯਾਨ ਦਾ ਦੇਹਾਂਤ ਹੋ ਗਿਆ ਜੀ, ਕਿਹੜੀ ਕੰਟਰੀ ਦੇ ਸੀਗੇ, UAE। ਤਾਂ ਰਾਈਟ ਹੈ। ਤਾਂ ਆਈ ਹੋਪ ਤੁਹਾਨੂੰ ਸਾਰਾ ਕੁਝ ਬਹੁਤ ਪਸੰਦ ਆਇਆ ਹੋਊਗਾ ਰਾਜੇ। ਤਾਂ ਮਿਲਦੀ ਰਹੂਗੀ ਤੁਹਾਨੂੰ ਕਰੰਟ ਅਫੇਅਰ ਦੀ ਵੀ ਕਲਾਸ, ਤੇ ਨਾਲ ਪੰਜਾਬ ਜੀਕੇ ਵੀ ਚੱਲ ਰਿਹਾ, ਤੇ ਕੰਪਿਊਟਰ ਤਾਂ ਆਪਣਾ ਆਲਰੇਡੀ ਚੱਲਦਾ ਹੀ ਹੈ PYQ। ਜ਼ਰੂਰ ਦੇਖਿਓ, ਤੁਹਾਨੂੰ ਕਿਸੇ ਵੀ ਪੇਪਰ ਵਾਸਤੇ, ਚਾਹੇ ਤੁਸੀਂ ਕਲਰਕ ਦਾ ਪੇਪਰ ਦੇਣ ਜਾਣਾ ਹੈ, ਕਲਰਕ ਲੀਗਲ ਦਾ ਦੇਣ ਜਾਣਾ ਹੈ, ਮਤਲਬ ਪੰਜਾਬ ਦੇ ਵਿੱਚ ਕੋਈ ਪੇਪਰ ਦੇਣ ਜਾਣਾ, ਤੁਹਾਡੇ ਵਾਸਤੇ ਤਿੰਨੇ ਸੀਰੀਜ਼ ਪੰਜਾਬ ਜੀਕੇ ਕਰੰਟ ਅਫੇਅਰ ਤੇ ਕੰਪਿਊਟਰ PYQ ਮੋਸਟ ਇੰਪੋਰਟੈਂਟ ਹੈ। ਇਹ ਤਿੰਨੇ ਸੀਰੀਜ਼ ਤੁਸੀਂ ਛੱਡਣੀਆਂ ਨਹੀਂ ਗੀਆਂ ਜੇ ਤੁਸੀਂ ਪੇਪਰ ਕਰੈਕ ਕਰਨਾ, ਜਾਂ ਫਿਰ ਤੁਸੀਂ ਮਿਸ਼ਨ ਸਰਕਾਰੀ ਨੌਕਰੀ 2022 ਪਾਸ ਕਰਨਾ। ਤਾਂ ਲਾਈਕ ਕਰ ਦਿਓ ਭਾਈ, ਕਮੈਂਟ ਜ਼ਰੂਰ ਕਰ ਦਿਓ, ਤੇ ਸ਼ੇਅਰ ਜ਼ਰੂਰ ਕਰ ਦਿਓ, ਮੈਨੂੰ ਕਹਿਣਾ ਨਾ ਪਵੇ। ਤੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਆ ਘੰਟੀ ਜੀ ਵੀ ਨੱਪ ਲਿਆ ਕਰੋ, ਤੁਹਾਨੂੰ ਨੋਟੀਫਿਕੇਸ਼ਨ ਮਿਲ ਜੂਗੀ ਜਦੋਂ ਨਵੀਂ ਵੀਡੀਓ ਮੈਂ ਪਾਉਂਗਾ। ਤਾਂ ਸ਼ੁਕਰੀਆ ਜੀ, ਸਰਬਤ ਦਾ ਭਲਾ ਬਾਬਾ ਮਿਹਰ ਕਰੇ, ਤੰਦਰੁਸਤੀਆਂ ਬਖਸ਼ੇ, ਸਫਲਤਾਵਾਂ ਬਖਸ਼ੇ ਤੁਹਾਨੂੰ।